ਸਤਿ ਸ਼੍ਰੀ ਅਕਾਲ, ਯੂ ਆਰ ਵਾਚਿੰਗ FYI ਮੀਡੀਆ ਤੇ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਸਾਰੇ ਦੁਨੀਆ ਭਰ ਦੇ ਵਿੱਚ ਇੱਕ ਹੀ ਚੀਜ਼ ਨੂੰ ਲੈ ਕੇ ਚਿੰਤਿਤ ਹਾਂ। ਅਸੀਂ ਇੱਕ ਹੀ ਚੀਜ਼ ਨੂੰ ਲੈ ਕੇ, ਸਰਕਾਰ ਹੈ ਚਾਹੇ ਉਹ ਆਮ ਪਰਸਨ ਹੈ, ਇਹ ਚੀਜ਼ ਨੂੰ ਲੈ ਕੇ ਹੀ ਕੌਨਸ਼ੀਅਸਨੈਸ ਵੀ ਵੱਧ ਰਹੀ ਹੈਗੀ ਹੈ ਤੇ ਕੰਮਕਾਜ ਵੀ ਜਿਹੜੇ ਘਟ ਰਹੇ ਨੇ। ਤੇ ਇਹ ਹੈ COVID-19। ਹਰ ਪਾਸੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ। ਸੋ ਜਿੱਥੇ ਜਿੱਥੇ ਕੰਮ ਇਹਦੇ ਨਾਲ ਪ੍ਰਭਾਵਿਤ ਹੋਏ ਨੇ, ਜਿੱਥੇ ਲੋਕਾਂ ਦੀ ਲਾਈਫ ਪ੍ਰਭਾਵਿਤ ਹੋਈ ਹੈ, ਤੇ ਨਾਲ ਜੇ ਇਮੀਗ੍ਰੇਸ਼ਨ ਦੀ ਗੱਲ ਕਰੀਏ, ਇਮੀਗ੍ਰੇਸ਼ਨ ਦਾ ਜਿਹੜਾ ਰੋਲ ਹੈ ਸਾਡੀ ਲਾਈਫ ਦੇ ਵਿੱਚ, ਉਹ ਵੀ ਇੱਕ ਇੰਪੋਰਟੈਂਟ ਰੋਲ ਹੈਗਾ। ਕੋਈ ਵਿਦੇਸ਼ ਜਾ ਕੇ ਪੜ੍ਹਨ ਨੂੰ ਜਾ ਰਿਹਾ ਹੈਗਾ ਆ, ਜਾਂ ਉੱਥੇ ਜਾ ਕੇ ਆਪਣੀ ਲਾਈਫ ਸੈਟਲ ਦੇ ਲਈ ਜਾ ਰਿਹਾ, ਕੋਈ ਵਰਕ ਪਰਮਿਟ ਦੇ ਲਈ ਜਾ ਰਿਹਾ। ਸੋ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਚੇਂਜਸ ਆ ਗਏ ਨੇ COVID-19 ਦੇ ਕਰਕੇ? ਕੀ ਕੁਝ ਫਾਈਲਸ ਦਾ ਪ੍ਰੋਸੈਸ ਕਿੱਦਾਂ ਦਾ, ਪ੍ਰੋਸੈਸਿੰਗ ਟਾਈਮ ਕਿਵੇਂ ਹੋ ਗਿਆ, ਕੀ ਫਾਈਲਸ ਪ੍ਰੋਸੈਸ ਹੋ ਰਹੀਆਂ ਨੇ, ਨਹੀਂ ਹੋ ਰਹੀਆਂ ਨੇ, ਬਹੁਤ ਸਾਰੇ ਕੁਐਸਚਨਸ ਨੇ ਸਾਡੇ ਮਨਾਂ ਦੇ ਵਿੱਚ। ਸੋ ਉਹਨਾਂ ਸਾਰੇ ਕੁਐਸਚਨਸ ਦਾ ਜਵਾਬ ਦੇਣ ਦੇ ਲਈ ਅਸੀਂ ਅੱਜ ਤੁਹਾਡੇ ਲਈ ਜੋ ਕੰਸਲਟੈਂਟਸ ਦੀ ਟੀਮ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਕੁਝ ਹੋ ਰਿਹਾ ਹੈ ਇਮੀਗ੍ਰੇਸ਼ਨ ਡਿਪਾਰਟਮੈਂਟਸ ਦੇ ਵਿੱਚ, ਕੀ ਕੁਝ ਰੂਲਸ ਚੇਂਜਸ ਹੋਏ ਨੇ, ਕੀ ਨਹੀਂ ਹੋਏ ਨੇ, ਸੋ ਪ੍ਰੋਸੈਸਿੰਗ ਟਾਈਮਸ ਕੀ ਨੇ। ਸੋ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਮੇਰੇ ਨਾਲ ਅੱਜ ਜੋ ਗੱਲਬਾਤ ਕਰਨ ਲਈ ਜੁੜੇ ਹੋਏ ਨੇ ਹਰਪ੍ਰੀਤ ਸਿੰਘ, ਮੋਹਨੀਸ਼ ਪੰਚਾਲ ਤੇ ਸੁਖਮਨ ਹੇਅਰ। ਸੋ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਨਵੇਂ ਅਪਡੇਟਡ ਰੂਲਸ ਦੀ। ਸੋ ਵੈਲਕਮ एवरीवन। ਸਤਿ ਸ਼੍ਰੀ ਅਕਾਲ ਜੀ। Thank you. So first of all, I'll start with Harpreet. So Harpreet, ਤੁਸੀਂ ਆਪਣੇ ਬਾਰੇ ਦੱਸੋ ਥੋੜਾ ਜਿਹਾ ਆਡੀਅנס ਨੂੰ, ਵਿਊਅਰਸ ਨੂੰ, ਕਿ ਤੁਸੀਂ ਕੀ ਕੰਮ ਕਰਦੇ ਹੈਗੇ ਆ, ਸੋ ਕਿ ਕਿਹੜੀ ਚੀਜ਼ ਦੇ ਵਿੱਚ ਤੁਸੀਂ ਐਕਸਪਰਟ ਹੈਗੇ ਹੋ? ਪਹਿਲਾਂ ਤਾਂ ਅਸੀਂ ਤੁਹਾਨੂੰ ਤੇ ਤੁਹਾਡੇ ਟੀਵੀ ਚੈਨਲ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਨਾਮ ਜੀ ਹੈਰੀ ਆ ਤੇ ਆਮ ਦੀ ਫਾਊਂਡਰ ਆਫ ਔਰੀਕਨ ਐਜੂਕੇਸ਼ਨਲ ਸਰਵਿਸਿਜ਼। ਸਾਡੀ ਕੰਪਨੀ ਜੋ ਬੇਸਿਕਲੀ ਸਿਰਫ ਸਟੂਡੈਂਟ ਵੀਜ਼ਾਸ ਦੇ ਵਿੱਚ ਡੀਲ ਕਰਦੀ ਆ। ਬਾਈ ਪ੍ਰੋਫੈਸ਼ਨਲ ਮੈਂ ਇੱਕ ਰੈਗੂਲੇਟਰ ਕੰਸਲਟੈਂਟ ਆ ਕੈਨੇਡਾ ਦੇ ਵਿੱਚ। ਵੀ ਆਰ ਡੀਲਿੰਗ ਵਿਦ ਆਲ ਕਾਈਂਡ ਆਫ ਵੀਜ਼ਾਸ, ਬਟ ਜੋ ਮੇਰੀ ਔਰੀਕਨ ਐਜੂਕੇਸ਼ਨਲ ਸਰਵਿਸਿਜ਼ ਕੰਪਨੀ ਆ ਉਹ ਸਿਰਫ ਤੇ ਸਿਰਫ ਐਜੂਕੇਸ਼ਨਲ ਸਰਵਿਸਿਜ਼ ਦੇ ਵਿੱਚ ਹੀ ਡੀਲ ਕਰਦੀ ਹੈ ਜੀ। ਜੀ ਬਿਲਕੁਲ। ਸੁਖਮਨ, ਤੁਸੀਂ ਆਪਣੇ ਬਾਰੇ ਥੋੜਾ ਜਿਹਾ ਸਾਡੇ ਵਿਊਅਰਸ ਨੂੰ ਦੱਸੋ। ਹਾਂਜੀ, ਸਤਿ ਸ਼੍ਰੀ ਅਕਾਲ ਅਰਸ਼ੀ ਤੇ ਤੁਹਾਡੇ ਸਾਰੇ ਚੈਨਲ ਦੇ ਵਿਊਅਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁਖਮਨ ਹੇਰ ਹੈ ਤੇ ਮੈਂ ਕੋ-ਫਾਊਂਡਰ ਹਾਂ ਔਰੀਕਨ ਐਜੂਕੇਸ਼ਨ ਸਰਵਿਸਿਜ਼ ਦਾ। ਤੇ ਅਸੀਂ ਐਕਸਪਰਟਿਜ਼ ਹੈ ਵੀ ਐਜੂਕੇਸ਼ਨਲ ਸਰਵਿਸਿਜ਼, ਐਡਮਿਸ਼ਨ, ਕਾਲਜ ਐਡਮਿਸ਼ਨਸ ਦੇ ਵਿੱਚ ਕਰਦੇ ਹਾਂ ਕੈਨੇਡੀਅਨ ਕਾਲजेस ਦੇ ਨਾਲ। बिल्कुल। मोहनीश जी, आप भी अपने बारे में बताइए। नमस्कार, मेरा नाम मोहनीश पंचाल है। मैं यूनिवर्सिटी कनाडा वेस्ट का बिजनेस डेवलपमेंट मैनेजर हूँ। आज ऑरिकैन की मदद से और आपकी मदद से मैं दर्शकों को थोड़ी बहुत इंफॉर्मेशन देने के लिए यहाँ पे आया। ਬਿਲਕੁਲ, ਇਨਫੋਰਮੇਸ਼ਨ ਜ਼ਰੂਰੀ ਹੈ ਕਿਉਂਕਿ ਇਮੀਗ੍ਰੇਸ਼ਨ ਦੇ ਰੂਲਸ ਉਦਾਂ ਵੀ ਥੋੜੇ ਟਾਈਮ ਬਾਅਦ ਅਪਡੇਟ ਹੁੰਦੇ ਰਹਿੰਦੇ ਨੇ, ਚੇਂਜ ਹੁੰਦੇ ਰਹਿੰਦੇ ਨੇ, ਤੇ ਹੁਣ ਤਾਂ ਸਿਚੁਏਸ਼ਨ ਵੀ COVID-19 ਕਰਕੇ ਅਰਾਊਂਡ ਵਰਲਡ ਡਿਫਰੈਂਟ ਹੈਗੀ ਹੈ। ਸੋ ਇਮੀਗ੍ਰੇਸ਼ਨ ਦੇ ਨਾਲ ਜੋ ਸਭ ਤੋਂ ਵੱਡੀ ਗੱਲ ਹੋ ਰਹੀ ਹੈ ਉਹ ਹੈ ਟਰੈਵਲ ਰੈਸਟ੍ਰਿਕਸ਼ਨਸ। ਸੋ ਹੈਰੀ, ਜੋ ਟਰੈਵਲ ਬੈਨ ਹੈਗੇ ਆ ਫੋਰਨਰ ਨੈਸ਼ਨਲਸ ਦੇ ਉੱਤੇ, ਸੋ ਕਿਹੜੇ ਬੈਨਸ ਨੇ, ਕੀ ਹੋ ਰਿਹਾ ਹੈ? ਜੀ ਦੇਖੋ ਜੀ ਅਰਸ਼ ਜੀ, ਜਿਵੇਂ ਕਿ ਇਸ ਪੈਂਡੈਮਿਕ ਦੇ ਵਿੱਚ ਜੋ ਕੈਨੇਡੀਅਨ ਗਵਰਨਮੈਂਟ ਨੇ ਟਰੈਵਲ ਰੈਸਟ੍ਰਿਕਸ਼ਨਸ ਲਾਈਆਂ ਸੀਗੀਆਂ, ਉਹਦੇ ਵਿੱਚ ਕੁਝ ਐਗਜ਼ੈਂਪਸ਼ਨਸ ਨੇਗੀਆਂ, ਜਿੱਦਾਂ ਕਿ ਕੈਨੇਡੀਅਨ ਸਿਟੀਜ਼ਨ ਤੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਉਹ ਟਰੈਵਲ ਕਰ ਸਕਦੇ ਆ, ਉਹ ਕਿਤੇ ਵੀ ਗਏ ਹੋ ਤਾਂ ਵਾਪਸ ਕੈਨੇਡਾ ਆ ਸਕਦੇ ਆ। ਤੇ ਉਹਨਾਂ ਦੇ ਇਮੀਡੀਏਟ ਫੈਮਿਲੀ ਮੈਂਬਰ, ਜਿਹਦੇ ਵਿੱਚ ਕੀ ਸਪਾਊਸ, ਕਾਮਨ ਲਾਅ ਪਾਰਟਨਰ, ਉਹਨਾਂ ਦੇ ਡਿਪੈਂਡੈਂਟ ਚਾਈਲਡ ਦੇ ਅੱਗੇ ਡਿਪੈਂਡੈਂਟ ਚਾਈਲਡ, ਉਹਨਾਂ ਦੇ ਪੇਰੈਂਟ, ਉਹ ਸਾਰੇ ਟਰੈਵਲ ਕਰ ਸਕਦੇ ਨੇ ਕੈਨੇਡਾ ਦੇ ਵਿੱਚ। ਤੇ ਇਹਦੇ ਵਿੱਚ ਇੱਕ ਸਾਨੂੰ ਜੋ ਕਾਮਨ ਕੁਐਸਚਨ ਕਾਫੀ ਪੁੱਛਿਆ ਜਾਂਦਾ ਕਿ ਜਿੱਦਾਂ ਕਿ ਟਰੈਵਲ ਕਰ ਸਕਦੇ ਨੇ ਤੇ ਉਹ ਕੀ ਪਰਮਾਨੈਂਟ ਰੈਜ਼ੀਡੈਂਟ ਨੂੰ ਜਾਂ ਕੈਨੇਡੀਅਨ ਸਿਟੀਜ਼ਨ ਨੂੰ ਨਾਲ ਵੀ ਆਉਣਾ ਪੈਣਾ ਜਾਂ ਉਹਨਾਂ ਨੂੰ ਕੰਪਨੀ ਕਰਨਾ ਪੈਣਾ? ਤਾਂ ਉਹਦਾ ਆਨਸਰ ਇਹ ਹੈ ਕਿ ਨਹੀਂ ਜੀ, ਉਹਨਾਂ ਨੂੰ ਨਾਲ ਜ਼ਰੂਰੀ ਨਹੀਂ ਹੈਗਾ ਕਿ ਉਹ ਨਾਲ ਟਰੈਵਲ ਕਰਨ, ਬਟ ਉਹ ਆਪਣਾ ਇੱਕ ਰਿਲੇਸ਼ਨਸ਼ਿਪ ਪ੍ਰੂਫ ਦਿਖਾ ਸਕਦੇ ਆ ਕਿ ਦੇਖੋ ਮੇਰਾ ਸਪਾਊਸ ਆ ਜਾਂ ਮੇਰਾ ਬੱਚਾ ਵਾ ਜਾਂ ਮੇਰਾ ਪੇਰੈਂਟ ਆ, ਉਹ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਆ ਤੇ ਸਾਡਾ ਰਿਲੇਸ਼ਨਸ਼ਿਪ ਪ੍ਰੂਫ ਆ ਤੇ ਮੈਂ ਟਰੈਵਲ ਕਰਨਾ ਚਾਹੁੰਦਾ, ਤੇ ਉਹ ਈਜ਼ੀਲੀ ਟਰੈਵਲ ਕਰ ਸਕਦੇ ਆ। ਤੇ ਜੇ ਆਪਾਂ ਗੱਲ ਕਰੀਏ ਜੀ ਸਟੂਡੈਂਟਸ ਦੀ, ਇੰਟਰਨੈਸ਼ਨਲ ਸਟੂਡੈਂਟਸ, ਉਹਨਾਂ ਦੇ ਉੱਤੇ ਜੋ ਰੂਲ ਲਾਗੂ ਹੁੰਦਾ ਕਿ ਜਿਨ੍ਹਾਂ ਦਾ 18 ਮਾਰਚ ਤੋਂ ਪਹਿਲਾਂ ਸਟੱਡੀ ਪਰਮਿਟ ਇਸ਼ੂ ਹੋਏ ਨੇ ਉਹ ਟਰੈਵਲ ਕਰ ਸਕਦੇ ਨੇ ਜੀ। ਤੇ ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇਗੇ ਉਹਨਾਂ ਨੂੰ ਵੀ ਜਿਹੜਾ ਪਰਮਿਟ ਪਹਿਲਾਂ ਇਸ਼ੂ, ਜਿਨ੍ਹਾਂ ਦਾ ਅਪਰੂਵਲ ਹੋ ਗਈ ਆ ਪਰ ਪਰਮਿਟ ਲਈ ਇਸ਼ੂ ਨਹੀਂ ਹੋਇਆ 18 ਮਾਰਚ ਤੋਂ ਪਹਿਲਾਂ, ਉਹ ਵੀ ਟਰੈਵਲ ਕਰ ਸਕਦੇ ਨੇ ਜੀ। ਤੇ ਹੋਰ ਇਹਦੇ ਵਿੱਚ ਤੁਸੀਂ, ਤੇ ਇਹਦੇ ਵਿੱਚ ਜਿਹੜੇ
ਜਿਹੜੇ ਆ ਵਿਜ਼ਟਰ ਨੇਗੇ ਉਹ ਟਰੈਵਲ ਨਹੀਂ ਕਰ ਸਕਦੇ ਜੀ, ਉਹ ਹਲੇ ਰਿਸਟ੍ਰਿਕਟ ਨੇਗੇ, ਉਹ ਹਲੇ ਕੈਨੇਡਾ ਦੇ ਵਿੱਚ ਨਾ ਆਉਣ। ਤੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨੇ ਜਿਨ੍ਹਾਂ ਦੀ ਕਿ ਕਨਫਰਮੇਸ਼ਨ ਆ ਚੁੱਕੀ ਆ, COPR ਕਹਿੰਦੇ ਨੇ, ਉਹ ਆ ਚੁੱਕੀ ਆ, ਉਹ ਵੀ ਟਰੈਵਲ ਕਰ ਸਕਦੇ ਨੇ ਜੀ। ਬਿਲਕੁਲ। ਤੇ ਇੱਕ ਹਾਂਜੀ, ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰਨੀ ਚਾਹੂੰਗਾ ਕਿ ਜਿਸ ਨੇ ਵੀ ਟਰੈਵਲ ਕਰਨਾ ਜੀ, ਉਹਨਾਂ ਦੇ ਇੱਕ ਰੂਲ ਉਹਨਾਂ ਤੇ ਲਾਗੂ ਹੁੰਦਾ ਵਾ ਕਿ ਉਹਨਾਂ ਨੇ 14 ਦਿਨ ਲਈ ਆਪਣੇ ਆਪ ਨੂੰ ਸੈਲਫ ਆਈਸੋਲੇਟ ਜ਼ਰੂਰ ਕਰਨਾ। ਬਿਲਕੁਲ, ਹੁਣ ਤਾਂ ਰੂਲ ਬਣ ਚੁੱਕਿਆ ਹੈਗਾ ਸੈਲਫ ਆਈਸੋਲੇਸ਼ਨ ਦਾ। ਹੈਰੀ, ਇਹਦੇ ਨਾਲ ਹੀ ਇੱਕ ਫੋਲੋ ਅਪ ਕੁਐਸਚਨ ਹੈਗਾ ਆ ਨਾਲ ਕਿ ਜੇ ਕੋਈ ਕਿਸੇ ਨੂੰ ਮੰਨ ਲਓ ਮਿਲਿਆ ਹੈ ਕੋਈ ਵੀਜ਼ਾ, ਜਿਵੇਂ ਹੁਣ ਸੁਪਰ ਵੀਜ਼ਾ ਦੀ ਗੱਲ ਕਰ ਲਈਏ, ਸੋ ਜਿੱਦਾਂ ਵਿਜ਼ਿਟਰ ਵੀਜ਼ਾ ਹੈਗਾ ਆ ਉਹ ਤਾਂ ਪਤਾ ਹੈ ਕਿ ਉਹ ਬੈਨ ਹੈਗਾ ਆ, ਪਰ ਜਿਹੜਾ ਇਹ ਸੁਪਰ ਵੀਜ਼ਾ ਕਹਿ ਲੈਂਦੇ ਹੈਗੇ ਆ ਜਾਂ ਹੋਰ ਕੋਈ ਵੀਜ਼ਾ ਹੈਗਾ ਆ, ਸੋ ਉਹ ਵੀ ਟਰੈਵਲ ਕਰ ਸਕਦੇ ਆ ਜੀ। ਹਾਂਜੀ, ਜੇ ਉਹਨਾਂ ਦੇ ਫੈਮਿਲੀ ਮੈਂਬਰ ਕੈਨੇਡੀਅਨ ਪਰਮਾਨੈਂਟ ਜਾਂ ਸਿਟੀਜ਼ਨ ਨੇਗੇ, ਉਹ ਟਰੈਵਲ ਕਰ ਸਕਦੇ ਨੇ ਜੀ। ਬਿਲਕੁਲ। ਤੇ ਹੁਣ ਇੱਕ ਹੋਰ ਕੁਐਸਚਨ ਹੈਗਾ ਸੁਖਮਨ ਤੋਂ, ਮੈਂ ਪੁੱਛਣਾ ਚਾਹਾਂਗੀ। ਸੁਖਮਨ, ਜਿੱਦਾਂ ਹੁਣ ਇੰਪੈਕਟ ਹੈਗਾ ਆ COVID-19 ਦਾ, ਪਰ ਇਹਦੇ ਲਈ ਜਿਹੜੇ PR ਦੇ ਸਪਾਊਸਲ ਕੇਸਿਸ ਹੈਗੇ ਆ, ਉਹਨਾਂ ਤੇ ਵੀ ਇੰਪੈਕਟ ਪੈ ਰਿਹਾ ਹੈਗਾ ਆ? ਕੋਈ ਹੋਰ ਰੂਲਸ ਚੇਂਜਸ ਹੋਏ ਨੇ? ਹਾਂਜੀ, ਦੇਖੋ ਅਰਸ਼ੀ, ਕੋਈ ਵੀ ਇਦਾਂ ਦੀ ਇਮੀਗ੍ਰੇਸ਼ਨ ਫੀਲਡ ਜਾਂ ਕੋਈ ਵੀ ਇਸ ਵੇਲੇ ਜੋ ਵਰਲਡ ਦੇ ਵਿੱਚ ਕੋਈ ਵੀ ਪਾਰਟ ਨਹੀਂ ਜਿਹੜਾ COVID-19 ਦੇ ਨਾਲ ਇਫੈਕਟ ਨਹੀਂ ਹੋਇਆ। ਸੋ ਦੇਰ ਇਜ਼ ਅ ਲਿਟਲ ਚੇਂਜਸ ਇਨਟੂ ਇਟ। ਸਪਾਊਸਲ ਐਪਲੀਕੇਸ਼ਨ ਜਿਹੜੀਆਂ ਇਨਲੈਂਡ ਹੈਗੀਆਂ, ਇਨਸਾਈਡ ਕੈਨੇਡਾ ਹੈਗੀਆਂ ਨੇ, immigration is accepting them, but there would be a delay। ਉਹਦੇ delay ਆਏਗਾ 3 ਤੋਂ 4 ਮਹੀਨੇ ਤੱਕ ਦਾ, ਜੋ ਪਹਿਲੀ ਰੈਗੂਲਰ ਪ੍ਰੋਸੈਸਿੰਗ ਟਾਈਮ ਸੀਗਾ। ਜਿੱਦਾਂ ਮੈਡੀਕਲ ਆ ਜਾਂਦਾ ਸੀਗਾ ਪਹਿਲਾਂ ਜਲਦੀ ਆਫਟਰ ਰਿਸੀਵਿੰਗ ਦਾ ਫਾਈਲ, ਹੁਣ ਉਹਦੇ ਵਿੱਚ ਵੀ 2 ਤੋਂ 3 ਮਹੀਨੇ ਡਿਲੇਜ਼ ਆਏਗਾ, ਬਟ ਦੇ ਆਰ ਸਟਿਲ ਅਸੈਪਟਿੰਗ ਦਾ ਐਪਲੀਕੇਸ਼ਨਸ। ਫॉर ਜਿਹੜੀਆਂ ਆਊਟਸਾਈਡ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨਸ ਹੈਗੀਆਂ ਨੇ, ਉਹ ਕੰਟਰੀ ਬਾਈ ਕੰਟਰੀ ਮੈਟਰ ਕਰਦੀਆਂ ਨੇ। ਜਿੱਦਾਂ ਇੰਡੀਆ 'ਚ ਲਾਕਡਾਊਨ ਹੈ ਇਸ ਵੇਲੇ, ਸੋ VACs ਆਰ ਨਾਟ ਆਪਰੇਟਿੰਗ, ਉੱਥੇ ਉਹ ਬੰਦ ਨੇ, ਉੱਥੇ ਨਹੀਂ ਅਸੈਪਟ ਹੋ ਰਹੀਆਂ ਐਪਲੀਕੇਸ਼ਨਸ। ਜਿਹੜੀਆਂ ਸਪਾਊਸਲ ਐਪਲੀਕੇਸ਼ਨ ਆਊਟਸਾਈਡ ਆ, ਉਹ ਇੱਥੇ ਇਨ ਕੈਨੇਡਾ ਆਉਣਗੀਆਂ। ਸੋ ਐਪਲੀਕੇਸ਼ਨਸ ਇਮੀਗ੍ਰੇਸ਼ਨ ਲੈ ਰਹੀ ਆ। ਉਹਨਾਂ ਨੇ ਲੇਟਲੀ ਇੱਕ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਵੀ ਆਰ ਸਟਿਲ accepting the applications and we are operating regularly। ਬਿਲਕੁਲ। ਤੇ ਇੱਕ ਹੋਰ ਇਹਦੇ ਨਾਲ ਕੁਐਸਚਨ ਹੈਗਾ ਆ, ਜਿੱਦਾਂ ਹੁਣ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਵੈਡਿੰਗ ਸੀਜ਼ਨ ਸੀ, ਕਿ ਕਿਸੇ ਦਾ ਵਿਆਹ ਜਨਵਰੀ ਦੇ ਵਿੱਚ ਹੋਇਆ, ਕਿਸੇ ਦਾ ਫੈਬਰੂਅਰੀ ਦੇ ਵਿੱਚ ਹੋਇਆ ਆ, ਸੋ ਦੇ ਕੈਨ ਅਪਲਾਈ, ਉਹ ਕਰ ਸਕਦੇ ਆ ਅਪਲਾਈ? ਹਾਂਜੀ, ਉਹ ਵੀ ਅਪਲਾਈ ਕਰ ਸਕਦੇ ਆ। ਤੇ ਇਹਦੇ ਵਿੱਚ ਇਮੀਗ੍ਰੇਸ਼ਨ ਇੱਕ ਹੋਰ ਰਿਆਇਤ ਦਿੱਤੀ ਹੈ, ਕਹ ਲਓ ਕਿ ਜਿੱਦਾਂ ਆਪਾਂ ਨੂੰ ਸਰਟੀਫਿਕੇਟ, ਇੱਕ ਮੈਰਿਜ ਰੈਗੂਲਰ ਸਰਟੀਫਿਕੇਟ ਹੁੰਦਾ ਕਿ ਗੁਰਦੁਆਰਾ ਸਾਹਿਬ ਤੋਂ ਜਾਂ ਮੰਦਿਰ ਤੋਂ ਜਾਂ ਜਿੱਥੇ ਵੀ ਆਪਾਂ ਮੈਰਿਜ ਕੀਤੀ ਹੈ, ਸੋਲਮਨਾਈਜੇਸ਼ਨ ਦਾ ਸਰਟੀਫਿਕੇਟ ਆ, ਉਹਦੇ ਬੇਸ ਤੇ ਐਪਲੀਕੇਸ਼ਨ ਕਰ ਸਕਦੇ ਆ। ਬਿਕੋਜ਼ ਅੱਜ ਕੱਲ੍ਹ ਸਾਰੇ ਗਵਰਨਮੈਂਟ ਆਫਿਸਿਸ ਬੰਦ ਹੈ, ਸੋ ਤੁਹਾਨੂੰ ਮੈਰਿਜ ਸਰਟੀਫਿਕੇਟ ਲੈਣੇ 'ਚ ਕਾਫੀ ਹਾਰਡ ਟਾਈਮ ਆ ਰਿਹਾ। ਸੋ ਤੁਸੀਂ ਉਹਦੇ ਬਿਨਾਂ ਵੀ ਐਪਲੀਕੇਸ਼ਨ ਸੈਂਡ ਕਰ ਸਕਦੇ ਐਸ ਲੌਂਗ ਐਸ ਤੁਹਾਡੇ ਕੋਲ ਜਿਹੜਾ ਸੋਲਮਨਾਈਜੇਸ਼ਨ ਸਰਟੀਫਿਕੇਟ ਹੈਗਾ ਆ, ਬਟ ਇਹਦੇ ਲਈ ਐਕਸਪਲੇਨੇਸ਼ਨ ਦੇਣੀ ਪ੍ਰੋਪਰ ਜ਼ਰੂਰੀ ਆ। ਈਵਨ ਅਨਦਰ ਕੇਸ ਇਜ਼ ਦੈਟ ਇਹਨਾਂ ਦੀ ਐਪਲੀਕੇਸ਼ਨ ਦੇ ਵਿੱਚ, PR ਐਪਲੀਕੇਸ਼ਨ 'ਚ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਚਾਹੀਦਾ ਹੁੰਦਾ ਹੈ, ਜਿੱਥੇ ਵੀ ਤੁਸੀਂ 6 ਮਹੀਨਿਆਂ ਤੋਂ ਵੱਧ ਰਹੇ ਜਾਂ ਆਫਟਰ ਏਜ ਆਫ 18 ਹੈ। ਹੁਣ ਕਾਫੀ ਕੰਟਰੀਜ਼ ਲਾਕਡਾਊਨ ਦੇ ਅੰਡਰ ਹੈ ਤੇ ਤੁਸੀਂ ਉਹ ਨਹੀਂ ਲੈ ਸਕਦੇ, ਬਟ ਇਮੀਗ੍ਰੇਸ਼ਨ ਕੈਨੇਡਾ ਐਪਲੀਕੇਸ਼ਨਸ ਅਸੈਪਟ ਕਰ ਰਹੀ ਹੈ। ਉਹਨਾਂ ਨੇ ਇੱਕ ਐਕਸੈਪਸ਼ਨ ਦਿੱਤੀ ਹੈ ਕਿ ਤੁਸੀਂ ਐਪਲੀਕੇਸ਼ਨ ਭੇਜ ਦਿਓ ਤੇ ਤੁਹਾਨੂੰ ਐਡੀਸ਼ਨਲ 90 to 6 months ਟਾਈਮ ਮਿਲੇਗਾ ਉਹ ਡਾਕੂਮੈਂਟਸ ਅਪਡੇਟ ਕਰਨ ਦਾ। ਪਹਿਲਾਂ ਹੁੰਦਾ ਸੀਗਾ ਕਿ ਜੇ ਡਾਕੂਮੈਂਟਸ ਮਿਸਿੰਗ ਨੇ, ਐਪਲੀਕੇਸ਼ਨ ਵਾਪਸ ਆ ਜਾਂਦੀ ਸੀ, ਪਰ ਹੁਣ ਇਮੀਗ੍ਰੇਸ਼ਨ ਐਪਲੀਕੇਸ਼ਨਸ ਅਸੈਪਟ ਕਰ ਰਹੀਆਂ ਨੇ, ਕੀਪਿੰਗ ਇਨ ਮਾਈਂਡ ਦ COVID-19 ਲਾਕਡਾਊਨਸ ਇਨ ਡਿਫਰੈਂਟ ਕੰਟਰੀਜ਼। सो मिस्टर मोनीश, स्टूडेंट्स जो ने एग्जिस्टिंग स्टूडेंट्स, उन पर भी इफेक्ट हो रहा है, तो वो ऑनलाइन स्टडी कर रहे हैं, सो उनका क्या स्टेटस है इस वक्त? देखिए, कोविड-19 ने सबको हिला दिया था। आप भी जानते हैं कि जो बुनियादी फाउंडेशंस हैं एजुकेशन की विद इन कैनेडा, वो पूरी तरह से अस्त व्यस्त हो गई थी। हमारे इंटरनेशनल स्टूडेंट्स जो इंडिया से यहाँ आ रहे थे या एग्जिस्टिंग स्टूडेंट्स जो कनाडा में थे, बहुत सारे स्टूडेंट्स को ये कहा गया है कि उनकी इनटेक्स जो है डिफ़र कर दी जाएगी सितंबर के लिए या अक्टूबर के लिए, और उनको ऑनलाइन प्लेटफॉर्म नहीं अवेल किया गया। जबकि अब स्पेशली मार्च 7 तारीख से बाद सारी यूनिवर्सिटीज़ ने अपनी ऑनलाइन प्लेटफॉर्म्स ओपन कर दी है, सारी कॉलेजेस ने ओपन कर दी है। ये सहूलियतें अवेलेबल है। अगर स्टूडेंट्स इससे मिस आउट कर रहे हैं या उनको फोर्सफुली अपना इंटेक डिफ़र कराने के लिए कहा गया है, they can contact their schools again and take the advantage of the online platforms। ऑनलाइन जो किसी और कंट्री में स्टूडेंट हैं वो भी ऑनलाइन क्लासेस लगा सकते हैं? जी, आज जैसे मैं कह रहा था कि अप्रैल 7 तारीख को ही एक रूल लागू किया है CIC ने, जिसके बारे में हैरी साहब आपको ज़्यादा डिटेल में बताएंगे। बट देन दिस रूल क्लियरली स्टेट्स जो स्टूडेंट
इंडिया में है या दुनिया की कोई भी देश में है, एक वैलिड कैनेडियन वीजा अपने हाथ में रखता है, they are allowed to complete 50% of their program at the maximum online only if they are not in a position to travel to Canada. अगर 50% तक हम देखें, so we are talking about roughly 6 to 8 months of studies जो वो अपने घर के कंफर्ट में बैठ के कर सकते हैं, ना ही उनका टाइम फ्रेम लॉस होगा, ना ही एजुकेशनली कोई उनको पेनलाइज किया जाएगा, और प्लस सीआईसी भी उनको सपोर्ट करेगी। आई थिंक हैरी साहब इसके ऊपर ज़्यादा एलैबोरेट करेंगे अब। ਜੀ ਹੈਰੀ ਜੀ ਆਸ਼ੀਸ਼ ਜੀ, ਮੋਹਨਿਸ਼ ਨੇ ਸਹੀ ਦੱਸਿਆ ਜੀ, ਉਹਨਾਂ ਨੇ ਸਹੀ ਦੱਸ ਰਹੇ ਨੇ ਕਿ ਇਹਨਾਂ ਨੇ ਹੁਣ ਜੋ ਕੋਵਿਡ-19 ਦੇ ਵਿੱਚ ਦੇ ਕਾਰਨ ਕਈ ਕਾਲਜ, ਸਾਰੇ ਕਾਲਜ ਆਲਮੋਸਟ ਬੰਦ ਨੇਗੇ, ਤੁਸੀਂ ਕਾਲਜ ਨਹੀਂ ਜਾ ਸਕਦੇ, ਤਾਂ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੇ ਇੱਕ ਪਲੇਟਫਾਰਮ ਰੈਡੀ ਕੀਤਾ ਕਿ ਤੁਸੀਂ ਆਨਲਾਈਨ ਕਲਾਸਿਸ ਲਾ ਲਓ ਤਾਂ ਜੋ ਕਿਸੇ ਦਾ ਸਟੱਡੀ ਦਾ ਲਾਸ ਨਾ ਹੋ ਸਕੇ। ਤੇ ਮੋਰ ਓਵਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਐਡ ਕਰ ਦੇਣਾ ਕਿ ਇੱਕ CIC ਨੇ ਹੋਰ ਰੂਲ ਕੱਢਿਆ ਕਿ ਪਹਿਲਾਂ ਕੀ ਹੁੰਦਾ ਸੀ, ਜੋ ਆਨਲਾਈਨ ਤੁਸੀਂ ਕੋਰਸ ਕਰਦੇ ਸੀ ਉਹ ਤੋਂ ਬਾਅਦ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ ਸੀ, ਬਟ ਡਿਊਰਿੰਗ ਦਿਸ ਟਾਈਮ ਅਗਰ ਤੁਸੀਂ ਆਨਲਾਈਨ ਕਲਾਸਿਸ ਅਟੈਂਡ ਕਰ ਰਹੇ ਹੋ ਤਾਂ ਤੁਹਾਡੇ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਉਹਦੇ ਤੇ ਇਹਦਾ ਕੋਈ ਅਸਰ ਨਹੀਂ ਹੋਗਾ, ਤੁਸੀਂ ਆਨਲਾਈਨ ਕੋਰਸ ਕਰ ਸਕਦੇ ਹੋ। ਬਿਲਕੁਲ ਆਨਲਾਈਨ ਕੋਰਸਸ ਦੇ ਨਾਲ ਤੁਸੀਂ ਜਿੱਦਾਂ ਵਰਕ ਪਰਮਿਟ ਦੱਸਿਆ ਕਿ ਮਿਲ ਜਾਏਗਾ, ਪਰ ਹੁਣ ਜਿਹੜੇ ਬੱਚੇ ਜਿਹੜੇ ਸਟੂਡੈਂਟਸ ਨੂੰ ਵੀਜ਼ਾ ਹੁਣੇ ਅਲਾਟ ਹੋਇਆ ਹੈਗਾ, ਸੋ ਉਹਨਾਂ ਨੂੰ ਕਿਹਾ ਗਿਆ ਕਿ ਨੈਕਸਟ ਸੀਜ਼ਨ ਦੇ ਵਿੱਚ ਜਾਂ ਉਹ ਵੀ ਆਨਲਾਈਨ ਸਟੱਡੀਜ਼ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਜੀ ਹਾਂਜੀ, ਉਹ ਕਰ ਸਕਦੇ ਆ ਜੀ ਜ਼ਰੂਰ। ਜਿਹੜੇ ਇੰਡੀਆ ਦੇ ਵਿੱਚ ਹਜੇ ਹੈਗੇ ਆ ਪਰ ਉਹ ਕੈਨੇਡਾ 'ਚ ਕਦੇ ਵੀ ਨਹੀਂ ਆਏ, ਉਹਨਾਂ ਨੇ ਜੀ, ਉਹਨਾਂ ਨੂੰ ਵੀਜ਼ਾ ਅਲਾਟ ਹੋ ਚੁੱਕਿਆ, ਇਹ ਆਨਲਾਈਨ ਕਲਾਸਿਸ ਉਹੀ ਅਟੈਂਡ ਕਰ ਸਕਦਾ ਜਿਹਨੂੰ ਵੀਜ਼ਾ ਅਲਾਟ ਹੋ ਗਿਆ ਹੋਇਆ, ਬਟ ਉਹ ਟਰੈਵਲ ਨਹੀਂ ਕਰ ਰਹੇ। ਜਿਨ੍ਹਾਂ ਦੀਆਂ ਫਾਈਲਾਂ ਇਨ ਪ੍ਰੋਸੈਸ ਨੇ ਇਹ ਐਪਲੀਕੇਬਲ ਉਹਨਾਂ ਤੇ ਨਹੀਂ ਹੁੰਦਾ ਕਿ ਉਹਨਾਂ ਨੂੰ ਕਾਲਜ ਵੱਲੋਂ ਲੈਟਰ ਆਫ ਅਸੈਪਟੈਂਸ ਮਿਲ ਗਈ ਆ ਬਟ ਉਹਨਾਂ ਦਾ ਵੀਜ਼ਾ ਨਹੀਂ ਆਇਆ, ਇਹ ਰੂਲ ਉਹਨਾਂ ਤੇ ਐਪਲੀਕੇਬਲ ਨਹੀਂ ਹੁੰਦਾ ਜੀ। ਇਹ ਰੂਲ ਸਿਰਫ ਉਹਨਾਂ ਤੇ ਐਪਲੀकेबल हो जिन्हों का वीजा आ चुका हो। मोनीश जी, अगर मैं आपसे बात करूं तो जिनकी फाइल्स अभी भी प्रोसेस में है उनका क्या स्टेटस होगा, जो अभी आने वाले थे, मई में आने वाले थे या सितंबर में आने वाले थे, सो उनकी फाइल अभी भी प्रोसेस में है, तो उनका डिसीजन कैसे आएगा? देखिए, हमने बीइंग अ पार्ट ऑफ अ यूनिवर्सिटी सिस्टम्स, हमें ICCRC और CIC से क्लोज रिलेशन मेंटेन करना पड़ता है, साथ ही मिनिस्ट्री ऑफ एजुकेशन से भी। हमें ये अश्योरेंस दी गई है CIC की तरफ से कि जो स्टूडेंट्स की वीज़ा फाइल्स एप्लीकेशन मोड पे है, उनकी वीज़ास की इम्पैक्ट कोविड-19 की इम्पैक्ट उनके ऊपर कुछ भी नहीं होगी। इनफैक्ट उनके डिसीजंस लेजिटिमेटली उनकी एकेडमिक प्रोफाइल और उनकी फाइनेंशियल प्रोफाइल को देख के ही दी जाएगी, और उन्होंने अश्योरेंस दी है कि इसमें कोई भी टाइप का मिसकंसेप्शन नहीं होना चाहिए, ना ही कोई रूमर फैलना चाहिए कि भाई अब CIC सारे वीज़ा रिजेक्ट ही करेंगे, ऐसा कुछ भी नहीं होने वाला। सो ये मैं आश्वासन देना चाहता हूँ CIC की ओर से और यूनिवर्सिटी कनाडा वेस्ट की ओर से, प्लीज़ डू नॉट वरी अबाउट योर एप्लीकेशंस, इट इज़ इन सेफ हैंड्स, एज एंड व्हेन टाइम विल कम दे विल बी प्रोसेस्ड। ਜੀ ਥੈਂਕ ਯੂ, ਤੁਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਸਾਨੂੰ ਆਪਣੇ ਜਿਹੜੇ ਕੁਐਸਚਨ ਹੈਗੇ ਉਹਨਾਂ ਦੇ ਆਨਸਰ ਦੇ ਰਹੇ ਹੈਗੇ ਆ। ਸੁਖਮਨ, ਬੈਕ ਟੂ ਯੂ ਕਿ ਜਦੋਂ ਇਹ ਸਿਨੈਰੀਓ ਦੇ ਵਿੱਚ ਸਟੂਡੈਂਟਸ ਨੂੰ ਤੁਸੀਂ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹੈਗੇ ਆ, ਸੋ ਜਿਹੜੇ ਸਟੂਡੈਂਟ ਆਉਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੀ ਫਾਈਲ ਪ੍ਰੋਸੈਸ ਦੇ ਵਿੱਚ ਹੈ, ਸੋ ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਦੇ ਰਹੇ ਹੋ? ਹਾਂਜੀ, ਜਿੱਦਾਂ ਜੀ ਹੁਣੇ ਤੁਹਾਨੂੰ ਹਰਪ੍ਰੀਤ ਜੀ ਨੇ ਤੇ ਮੋਹਨਿਸ਼ ਜੀ ਨੇ ਕਲੀਅਰ ਕੀਤਾ ਹੈ, ਸੇਮ ਪਿਕਚਰ ਹੈ ਕਿ ਯੂਨੀਵਰਸਿਟੀਜ਼ ਅਲਾਉ ਕਰ ਰਹੀਆਂ ਨੇ ਕਿ ਤੁਸੀਂ ਆਨਲਾਈਨ ਸਟੱਡੀਜ਼ ਲੈ ਸਕਦੇ ਹੋ, ਬਟ देयर इज अ ਚਾਂਸ ਕਿ ਸਮ ਸਟੂਡੈਂਟ ਨੂੰ ਆਪਸ਼ਨਸ ਨਹੀਂ ਅਵੇਲੇਬਲ ਹੈਗੀ, ਉਹਨਾਂ ਦੇ ਇੰਟਰਨੈਟ ਸਰਵਿਸਿਜ਼ ਨਹੀਂ ਹੈਗੀਆਂ ਬੈਕ ਹੋਮ 'ਚ ਜਾਂ ਉਹਨਾਂ ਦੇ ਏਰੀਆਜ਼ 'ਚ, so still we are helping them to defer their studies to the next available semesters. So every day students ਦੀਆਂ ਕਾਲ ਆ ਰਹੀਆਂ ਕਿ ਸਾਨੂੰ ਇਦਾਂ ਇਸ਼ੂ ਆ ਰਿਹਾ ਹੈ ਕਿ ਅਸੀਂ ਨਹੀਂ ਅਟੈਂਡ ਕਰ ਪਾ ਰਹੇ ਜਾਂ ਕੋਈ ਨੈਟਵਰਕ ਰੀਜ਼ਨਸ ਆ, ਕੁਝ ਵੀ ਹੈ, ਸੋ ਉਹਨਾਂ ਨੂੰ ਅਸੀਂ ਡੈਫਰ ਕਰਵਾ ਕੇ ਦੇ ਰਹੇ ਹਾਂ ਨੈਕਸਟ ਅਵੇਲੇਬਲ ਸਮੈਸਟਰਸ ਦੇ ਵਿੱਚ। ਸੋ ਉਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਏਗਾ ਕਿ ਉਹਨਾਂ ਦੇ ਵੀਜ਼ਾ ਨੂੰ ਕੋਈ ਇਫੈਕਟ ਹੋਏਗਾ, ਉਹ ਆਪਣੀ ਐਪਲੀਕੇਸ਼ਨ ਉੱਥੇ ਹੀ ਉਹਨਾਂ ਦੀ ਵੀਜ਼ਾ ਸਟਿਲ ਰਿਮੇਨ ਐਜ਼ ਇਟ ਇਜ਼ ਤੇ ਡੈਫਰ ਕਰਕੇ ਆਪਾਂ ਨਿਊ ਲੈਟਰ ਆਫ ਅਸੈਪਟੈਂਸ ਲੈ ਕੇ तो स्टिल अराइव कर सकते हैं ਜਦੋਂ कोविड-19 सिचुएशन ओवर हो जाएगी। जी बिल्कुल। मोनीश जी, आपकी तरफ से कौन कौन सी सर्विसेज दी जा रही हैं? देखिए, यूनिवर्सिटी ने जो सबसे मेन सर्विस जो हम सभी जानते हैं, ऑनलाइन सर्विस जो प्लेटफॉर्म है, वो तो प्रोवाइड कर ही दी है। साथ में बिकॉज UCW इज़ ऑलवेज वेल नोन फॉर इट्स ऑनलाइन स्टडीज़ विद इन द कैनेडियन मार्केट, जो हमारे रिकॉर्डेड क्लासेस थे उसको हटा के हम लाइव प्रोफेसर से लाइव रिकॉर्डिंग करा के अपने स्टूडेंट्स को प्रोवाइड कर रहे हैं।
एट द सेम टाइम जो आप जानते हैं कि ऑनलाइन स्टडीज़ करने के लिए एक रिस्ट्रिक्शन रहता है टाइम फ्रेम का, कि आपको एक सर्टेन टाइम पे लॉग इन करना होता है, अदरवाइज आप वो क्लास मिस कर जाते हैं। सो यूसीडब्ल्यू ने ये पॉलिसी निकाली है कि हम वो क्लास आपके लिए 24 आवर्स तक एक्टिव रखेंगे। सो ये नहीं होगा कि आपको रात को 3 बजे उठ के वो क्लास अटेंड करनी होगी। आप अपनी कंफर्ट से 24 आवर्स के अंदर वो क्लास अटेंड करें, उसकी असाइनमेंट्स कंप्लीट करें और सबमिशन आपकी एंड ऑफ द वीक होगी। सो दीज आर द टू मेन बेनिफिट्स जो यूसीडब्ल्यू ऑफर कर रही है अपने स्टूडेंट्स के लिए। बट एट द सेम टाइम अब ये भी जानना ज़रूरी है कि यूनिवर्सिटी कैनेडा वेस्ट और मिनिस्ट्री ऑफ एजुकेशन एंड द बीसी गवर्नमेंट हैव ऑल कम टुगेदर एंड मेड श्योर कि हमारे जो स्टूडेंट्स हैं उनको, पहले तो आप जानते ही होंगे कि बीसी गवर्नमेंट ने रेंट में कटौती करने की कोशिश की है, जहाँ पे $500 जो स्टूडेंट्स को मिल रहा है वो यूसीडब्ल्यू के स्टूडेंट्स को भी लागू हो रही है। जो हमारे एग्जिस्टिंग स्टूडेंट्स हैं, ये ना भूलें कि CERB की तरफ अगर उन्होंने $5,000 प्लस कनाडा के अंदर रह के इनकम टैक्स पे की है ये अमाउंट के ऊपर, दे विल बी एलिजिबल फॉर दैट $2,000। सो ये सारी चीज़ें इंटरनेशनल स्टूडेंट्स या यूसीडब्ल्यू के स्टूडेंट्स के लिए लागू होने के बाद आई थिंक एवरीथिंग इज गुड। हमें थोड़ा पेशेंस की ज़रूरत है, ये एक टाइम फ्रेम चला जाए, उसके बाद थिंग्स विल गेट बैक टू नॉर्मल। ਬਿਲਕੁਲ ਕੋਵਿਡ-19 ਨੇ ਹਰ ਕਿਸੇ ਨੂੰ ਇਫੈਕਟ ਕੀਤਾ ਹੋਇਆ ਆ। ਸੋ ਵਰਕ ਪਰਮਿਟ ਜਿਨ੍ਹਾਂ ਨੇ ਲੈਣੇ ਸੀਗੇ ਜਾਂ ਵਰਕ ਪਰਮਿਟ ਤੇ ਆਉਣਾ ਸੀਗਾ ਜਾਂ ਜਿਨ੍ਹਾਂ ਦੇ ਵਰਕ ਪਰਮਿਟ ਅਪਲਾਈ ਕੀਤੇ ਹੋਏ ਸੀ, ਸੋ ਉਹਨਾਂ ਨੂੰ ਵੀ ਇਫੈਕਟ ਕੀਤਾ ਹੈਗਾ ਕੋਵਿਡ-19 ਨੇ। ਸੋ ਹੈਰੀ, ਜੋ ਵਰਕ ਪਰਮਿਟ ਦੇ ਉੱਤੇ ਕੋਵਿਡ-19 ਦਾ ਕੀ ਇਫੈਕਟ ਪੈ ਰਿਹਾ ਹੈਗਾ? ਵਰਕ ਪਰਮਿਟ ਦੇ ਉੱਤੇ ਜੀ ਕਿ ਇਹਨਾਂ ਨੇ ਗਵਰਨਮੈਂਟ ਨੇ ਹੁਣ ਇੱਕ ਰੂਲ ਕੱਢਿਆ ਕਿ ਜੋ LMIA ਦੇ ਵਿੱਚ ਆਪਾਂ ਅਪਲਾਈ ਕਰਦੇ ਸੀ 10 ਟ੍ਰੇਡ ਇਹਨਾਂ ਨੇ ਇਦਾਂ ਦੇ ਕਰ ਦਿੱਤੇ ਆ ਕਿ ਜਿਨ੍ਹਾਂ ਦੇ ਵਿੱਚ ਤੁਹਾਨੂੰ ਰਿਕਰੂਟਮੈਂਟ ਦੇ ਲਈ ਜੋ ਐਡਵਰਟਾਈਜ਼ਮੈਂਟ ਕਰਦੇ ਸੀ ਉਹਦੀ ਜ਼ਰੂਰਤ ਨਹੀਂ ਗੀ ਹੁਣ। ਤੁਸੀਂ ਡਾਇਰੈਕਟ ਉਹਨਾਂ ਦੀ LMIA ਅਪਲਾਈ ਕਰ ਸਕਦੇ, ਜਿਹਦੇ 'ਚ ਕੋਈ ਐਗਰੀਕਲਚਰ ਆ ਗਏ, ਐਸੈਂਸ਼ੀਅਲ ਵਰਕਰ ਸੌਰਟ ਆਫ ਨੇ, ਤੇ ਟਰਾਂਸਪੋਰਟ ਹੋ ਗਏ ਜੀ, ਜਿਹੜੇ ਟਰੱਕ ਡਰਾਈਵਰ ਨੇਗੇ, ਫਾਰਮ ਵਰਕਰ, ਹਾਰਵੈਸਟਿੰਗ ਲੇਬਰ, ਇੱਦਾਂ ਦੇ 10 ਟ੍ਰੇਡ ਨੇਗੇ ਜਿਨ੍ਹਾਂ ਦੀ ਅਗਰ ਤੁਸੀਂ LMI ਕਰਨੀ ਹੈ ਜਾਂ ਤੁਸੀਂ ਉਹਨਾਂ ਨੂੰ ਹਾਇਰ ਕਰਨਾ ਤੁਸੀਂ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੇ ਲਈ ਐਡਵਰਟਾਈਜ਼ਮੈਂਟ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਰਿਕਰੂਟਮੈਂਟ ਐਫਰਟ ਨਹੀਂ ਕਰਨ ਦੀ ਜ਼ਰੂਰਤ ਹੈਗੀ, ਤੁਸੀਂ ਡਾਇਰੈਕਟ ਉਹਨਾਂ ਦਾ ਅਪਲਾਈ ਕਰ ਸਕਦੇ ਹੋ। ਮੇਰੇ ਖਿਆਲ ਦੇ ਵਿੱਚ ਥੋੜ੍ਹਾ ਜਿਹਾ ਈਜ਼ੀ ਕੀਤਾ ਜੀ ਵਰਕ ਪਰਮਿਟ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਰ ਮੈਂ ਪੋਜ਼ੀਟਿਵ ਵੇ ਨਾਲ ਸੋਚਾਂ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਰਕ ਪਰਮਿਟ ਥੋੜ੍ਹੇ ਜਿਹੇ ਈਜ਼ੀ ਹੋਣਗੇ, ਕਿਉਂਕਿ ਗੌਰਮੈਂਟ ਨੂੰ ਹੋਰ ਜ਼ਿਆਦਾ ਐਸੈਂਸ਼ੀਅਲ ਵਰਕਰ ਜਿਵੇਂ ਟਰਾਂਸਪੋਰਟਰ ਹੋ ਗਏ ਜਾਂ ਮੈਡੀਕਲ ਰਿਲੇਟਡ ਫੀਲਡਸ ਹੋ ਗਏ ਉਹਨਾਂ ਦੀ ਜ਼ਰੂਰਤ ਰਹੇਗੀ ਜੀ। ਜੀ, ਵਰਕ ਪਰਮਿਟ ਦੇ ਲਈ ਤਾਂ ਹੁਣ ਈਜ਼ੀ ਹੋ ਰਿਹਾ ਹੈ, ਪਰ ਹੁਣ ਜਿਹੜੇ ਇੰਡੀਆ ਦੇ ਵਿੱਚ ਰਹਿ ਗਏ ਨੇ ਉਹ ਵੀ ਟਰਾਈ ਕਰ ਰਹੇ ਨੇ ਵਾਪਸ ਬੈਕ ਹੋਮ ਆਉਣ ਦੀ। ਸੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਜਿਹੜੇ ਪਲੇਨ ਹੁਣ ਜਾ ਰਹੇ ਨੇ ਉਹ ਸਿਰਫ ਸਿਟੀਜ਼ਨਸ ਨੂੰ ਲੈ ਕੇ ਆ ਰਹੇ ਨੇ। ਸੋ ਉਸ ਤੋਂ ਬਾਅਦ ਜਦੋਂ ਸਾਰੇ ਸਿਟੀਜ਼ਨ ਆ ਜਾਣਗੇ, ਸੋ ਉਸ ਤੋਂ ਬਾਅਦ PR ਵਾਲੇ ਆਉਣਗੇ ਤੇ ਫਿਰ ਉਸ ਤੋਂ ਬਾਅਦ ਕੋਈ ਗਵਰਨਮੈਂਟ ਹੋਰ ਡਿਸੀਜਨ ਬਣਾਏਗੀ। ਬਟ ਹੁਣ ਜੋ ਇੰਡੀਆ ਦੇ ਵਿੱਚ PR ਜਿਨ੍ਹਾਂ ਦੇ ਕੋਲ PR ਕਾਰਡ ਹੋਲਡਰ ਨੇ, ਉਹਨਾਂ ਦੇ ਕੋਲ ਸਮਟਾਈਮਸ ਇਹ ਹੁੰਦਾ ਹੈ ਕਿ ਤੁਹਾਡਾ PR ਕਾਰਡ ਐਕਸਪਾਇਰ ਹੋਣ ਵਾਲਾ ਹੁੰਦਾ ਆ, ਜਾਂ ਕਹਿ ਲਓ ਕਿ PR ਕਹਿ ਦਿੰਦੇ ਆ ਕਿ ਅਸੀਂ ਜਦੋਂ ਵਾਪਸ ਆਵਾਂਗੇ ਤੇ ਦੁਬਾਰਾ ਅਪਲਾਈ ਕਰ ਦੇਵਾਂਗੇ, ਸਟਿਲ ਸਾਡੇ ਕੋਲ ਟਾਈਮ ਹੈਗਾ ਆ। ਤੇ ਹੁਣ ਉਹ ਇੰਡੀਆ ਦੇ ਵਿੱਚ ਨੇ। ਸੁਖਮਨ, ਮੈਂ ਤੁਹਾਡੇ ਤੋਂ ਪੁੱਛੂੰਗੀ ਕਿ ਇੰਡੀਆ ਦੇ ਵਿੱਚ ਨੇ, ਉਹਨਾਂ ਦਾ PR ਕਾਰਡ ਐਕਸਪਾਇਰ ਹੈਗਾ ਆ, ਪਰ ਉਹ ਜਦੋਂ ਕੈਨੇਡਾ ਦੇ ਵਿੱਚ ਆਉਣਗੇ ਦੇ ਨੀਡ ਦੇਅਰ PR ਕਾਰਡ। ਸੋ ਉਹਦੇ ਲਈ ਉਹ ਕੀ ਹੈਗਾ ਆ, ਕੀ ਰੂਲ ਹੈ ਕਿ ਉਹਨਾਂ ਦਾ ਜਿਹੜਾ ਕਾਰਡ ਤਾਂ ਐਕਸਪਾਇਰ ਹੈ ਬਟ ਫਿਰ ਵੀ ਉਹ ਆ ਸਕਦੇ ਨੇ, ਬੈਕ ਆ ਸਕਦੇ ਨੇ? Haji Anshi, thank you for it's a very good question and very important question to discuss right now, ਕਿਉਂਕਿ ਕਾਫੀ ਲੋਕਾਂ ਨੂੰ ਲੱਗਦਾ ਹੈ ਕਿ ਜੇ ਤੁਹਾਡਾ PR ਕਾਰਡ ਐਕਸਪਾਇਰ ਹੋਇਆ ਤੇ ਤੁਹਾਡੀ PR ਇਨਵੈਲਿਡ ਹੈ। ਇਦਾਂ ਦਾ ਕੁਝ ਨਹੀਂ ਹੈ। ਜੇ ਤੁਹਾਡਾ PR ਕਾਰਡ ਐਕਸਪਾਇਰ ਹੋ ਰਿਹਾ ਹੈ ਜਾਂ ਤੁਸੀਂ ਸਟਿਲ PR ਜੇ until IRCC ਇਮੀਗ੍ਰੇਸ਼ਨ ਕੈਨੇਡਾ PR ਰਿਵੋਕ ਕਰਨ ਦਾ ਪ੍ਰੋਸੈਸ ਸਟਾਰਟ ਕਰਦੀ ਹੈ। ਜਿੰਨਾ ਚਿਰ ਪਰਸਨਲੀ PR ਰਿਵੋਕ ਨਹੀਂ ਹੁੰਦੀ ਉਹਨਾਂ ਚਿਰ ਤੁਸੀਂ PR ਜੇ ਡਜ਼ਨਟ ਮੈਟਰ ਤੁਹਾਡਾ PR ਕਾਰਡ ਐਕਸਪਾਇਰ ਹੋਇਆ ਜਾਂ ਨਹੀਂ ਹੋਇਆ। ਸੋ ਸੈਕੰਡ ਥਿੰਗ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਲੋਕ ਇਸ ਵੇਲੇ ਸਟਕ ਆ ਆਊਟਸਾਈਡ ਕੈਨੇਡਾ ਤੇ ਉਹਨਾਂ ਦੇ PR ਕਾਰਡ ਐਕਸਪਾਇਰ ਹੋਏ ਨੇ, ਉਹਨਾਂ ਨੂੰ ਆਪਣੇ ਉੱਥੇ ਲੋਕਲ VACs ਔਰ ਐਮਬੈਸੀਜ਼ ਆਫ ਕੈਨੇਡਾ ਨੂੰ ਕੰਟੈਕਟ ਕਰਨਾ ਪੈਣਾ ਹੈ ਤੇ ਉੱਥੋਂ ਰਿਟਰਨ ਕਰਨ ਲਈ ਕੈਨੇਡਾ 'ਚ ਟਰੈਵਲ ਡਾਕੂਮੈਂਟ ਦੀ ਐਪਲੀਕੇਸ਼ਨ ਕਰਨੀ ਪੈਣੀ ਹੈ। ਸੋ ਮੇਕ ਸ਼ੋਰ ਜੇ ਟਰੈਵਲ ਡਾਕੂਮੈਂਟ ਦੀ ਐਪਲੀਕੇਸ਼ਨ ਕਰਦੇ ਆਓ ਤੇ ਮੇਕ ਸ਼ੋਰ ਕਿ ਉਹ ਪਹਿਲਾਂ ਕਾਊਂਟ ਕਰਨ, ਉਹ ਰੈਜ਼ੀਡੈਂਸੀ ਐਪਲੀਕੇਸ਼ਨ ਮੀਟ ਕਰਦੇ ਆ। ਰੈਜ਼ੀਡੈਂਸੀ ਐਪਲੀਕੇਸ਼ਨ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚੋਂ ਉਹਨਾਂ ਨੇ 2 ਸਾਲ ਕੈਨੇਡਾ ਦੇ ਵਿੱਚ ਸਪੈਂਡ ਕੀਤੇ ਆ, ਦੈਟਸ ਆਲਮੋਸਟ 730 ਡੇਜ਼। ਜੇ ਉਹ ਰੈਜ਼ੀਡੈਂਸੀ ਐਪਲੀਕੇਸ਼ਨ ਮੀਟ ਕਰਦੇ ਆ ਤਾਂ ਹੀ ਉਹ ਆਪਣਾ ਟਰੈਵਲ ਡਾਕੂਮੈਂਟ ਲਈ ਅਪਲਾਈ ਕਰਨ, ਜਾਂ ਜੇ ਉਹ ਇਨ ਕੈਨੇਡਾ ਤਾਂ ਹੀ ਉਹ ਆਪਣੇ PR ਕਾਰਡ ਦੀ ਐਕਸਟੈਂਸ਼ਨ ਜਾਂ ਰਿਨਿਊਅਲ ਅਪਲਾਈ ਕਰਨ। ਤੇ ਕਾਫੀ ਸਿਨੈਰੀਓਜ਼ ਅਸੀਂ ਦੇਖੇ, ਸਾਡੇ ਕੋਲ ਕੇਸਿਸ ਆਉਂਦੇ ਆ ਕਿ ਰੈਜ਼ੀਡੈਂਸੀ ਐਪਲੀਕੇਸ਼ਨ ਮੀਟ ਨਹੀਂ ਕਰਦਾ ਤੇ ਐਪਲੀਕੈਂਟ ਨੇ ਐਪਲੀਕੇਸ਼ਨ ਕਰਤੀ ਆ
ਸੋ ਜੇ ਤੁਸੀਂ 730 ਦਿਨ ਨਹੀਂ ਗਏ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਦੇ, ਤੇ ਤੁਸੀਂ ਐਪਲੀਕੇਸ਼ਨ ਕਰ ਦਿੰਦੇ ਹੋ ਰਿਨਿਊਵਲ ਆਫ PR ਕਾਰਡ, ਤੇ ਆਫਿਸਰ ਦੇਖਦਿਆਂ ਹੀ ਉਹ ਐਪਲੀਕੇਸ਼ਨ ਤੁਹਾਡਾ PR ਰਿਵੋਕ ਕਰਨ ਦਾ ਪ੍ਰੋਸੈਸ ਸਟਾਰਟ ਕਰ ਦਿੰਦੇ, ਬਿਕਾਜ਼ ਤੁਸੀਂ ਰੈਜ਼ੀਡੈਂਸੀ ਐਪਲੀਕੇਸ਼ਨ ਨਹੀਂ ਮੀਟ ਕਰਦੇ। ਸੋ ਸਾਡੀ ਆਲਵੇਜ਼ ਐਡਵਾਈਸ ਹੁੰਦੀ ਹੈ ਕਿ ਮੇਕ ਸ਼ੋਰ ਤੁਸੀਂ ਰੈਜ਼ੀਡੈਂਸੀ ਐਪਲੀਕੇਸ਼ਨ ਕਰਦੇ ਮੀਟ, ਫਿਰ ਹੀ ਅਪਲਾਈ ਕਰੋ। ਜੇ ਤੁਸੀਂ ਇਨ ਕੈਨੇਡਾ ਆਇਓ ਤੇ ਤੁਸੀਂ ਆਲਵੇਜ਼ ਡਿਲੇ ਕਰ ਸਕਦੇ ਆ PR ਕਾਰਡ ਦੀ ਐਪਲੀਕੇਸ਼ਨ ਨੂੰ। ਜਦੋਂ ਤੁਸੀਂ 730 ਦਿਨ ਇਨ ਕੈਨੇਡਾ ਰਹਿ ਲਏ ਫਿਰ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ। ਐਂਡ ਜੇ ਤੁਸੀਂ ਆਊਟਸਾਈਡ ਕੈਨੇਡਾ ਹੋ ਤੇ ਤੁਸੀਂ ਸਟਕ ਹੋ ਗਏ ਹੋ ਫॉर ਸਮ ਰੀਜ਼ਨਸ ਇਨ ਲੈਟਸ ਸੇ ਇਨ COVID-19 ਸਿਚੁਏਸ਼ਨ, ਤੁਸੀਂ ਸਟਕ ਹੋ ਗਏ ਹੋ, ਤੁਸੀਂ ਰੈਜ਼ੀਡੈਂਸੀ ਐਪਲੀਕੇਸ਼ਨ ਨਹੀਂ ਮੀਟ ਕਰਦੇ, ਅਸੀਂ ਇੱਥੋਂ ਵੀ ਪ੍ਰੋਸੈਸ ਸਟਾਰਟ ਕਰ ਸਕਦੇ ਹਾਂ ਵੀ ਰੈਜ਼ੀਡੈਂਸੀ ਐਪਲੀਕੇਸ਼ਨ ਮੀਟਿੰਗ ਦਾ। ਤੇ ਜੇ ਨਹੀਂ, ਤੇ ਜੇ ਤੁਹਾਡੇ ਕੋਲ ਐਪਲੀਕੈਂਟ ਕੋ ਵੀਜ਼ਾ ਹੈਗਾ US ਦਾ, ਦੇ ਕੈਨ ਆਲਵੇਜ਼ ਅਰਾਈਵ ਇਨ US ਬਾਈ 에ਅਰ ਐਂਡ ਦੇ ਕੈਨ ਐਂਟਰ ਇਨਟੂ ਕੈਨੇਡਾ ਬਾਇਆ ਲੈਂਡ ਬਾਰਡਰ। ਉਹਨਾਂ ਕੋਲ ਇੱਕ ਗਵਰਨਮੈਂਟ ਇਸ਼ੂ ID ਚਾਹੀਦੀ ਆ ਤੇ ਉਹ ਐਂਟਰ ਕਰ ਸਕਦੇ ਆ। ਐਂਡ ਇਨ ਦਿਸ ਸਿਨੈਰੀਓ ਜੇ ਉਹਨਾਂ ਦੇ ਵਿੱਚ ਰੈਜ਼ੀਡੈਂਸੀ ਐਪਲੀਕੇਸ਼ਨ ਨਹੀਂ ਮੀਟ ਕਰ ਰਹੇ, ਪਲੀਜ਼ ਮੇਕ ਸ਼ੋਰ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਫਰਮ ਨੂੰ, ਰਿਪਿਊਟਡ ਇਮੀਗ੍ਰੇਸ਼ਨ ਫਰਮ ਨੂੰ ਕੰਟੈਕਟ ਕਰਕੇ ਫਿਰ ਹੀ ਇਹ ਸਟੈਪ ਲੈਣਾ। ਕਿਉਂਕਿ ਜਦੋਂ ਤੁਸੀਂ ਬਾਰਡਰ ਤੇ ਐਂਟਰ ਕਰਦੇ ਹੋ, CBSA ਆਫਿਸਰ ਵਿਲ ਚੈੱਕ ਕਿ ਤੁਸੀਂ ਰੈਜ਼ੀਡੈਂਸੀ ਐਪਲੀਕੇਸ਼ਨ ਮੀਟ ਕਰਦੇ ਕਿ ਨਹੀਂ ਕਰਦੇ। ਜੇ ਤੁਸੀਂ ਨਹੀਂ ਕਰਦੇ, ਤੁਹਾਡੇ ਕੋਲ ਕਾਫੀ ਵੈਲਿਡ ਰੀਜ਼ਨ ਚਾਹੀਦੇ ਆ। ਵੀ ਜਿੱਦਾਂ ਸਾਡੇ ਕਲਾਇੰਟਸ ਆਉਂਦੇ ਆ, ਅਸੀਂ ਉਹਨਾਂ ਦੀ HNC ਐਪਲੀਕੇਸ਼ਨ ਪ੍ਰੀਪੇਅਰ ਕਰਕੇ ਭੇਜ ਦਿੰਦੇ ਆ, ਫਿਰ ਹੀ ਉਹ ਬਾਰਡਰ ਤੇ ਅਰਾਈਵ ਕਰਦੇ। ਸੋ CBSA ਆਫਿਸਰ ਉਹ ਰਿਵਿਊ ਕਰਦੇ ਨੇ। ਸੋ ਇਟਸ ਆਲ ਡਿਸਕ੍ਰਿਸ਼ਨ ਆਫ CBSA ਆਫਿਸਰ ਕਿ ਉਹ ਪੁਆਇੰਟਸ ਨੂੰ ਮੈਟਰ ਕਰਦੇ ਆ, ਐਕਸੈਪਟ ਕਰਦੇ ਆ ਕਿ ਨਹੀਂ। ਜੇ ਨਹੀਂ ਕਰਦੇ, ਉਹ ਟੈਂਪਰੇਰੀ PR ਕਾਰਡ ਦੇ ਦੇਣਗੇ ਐਂਟਰ ਕਰਨ ਲਈ ਕੈਨੇਡਾ ਦੇ ਵਿੱਚ, ਤੇ ਨਾਲ ਦੀ ਨਾਲ ਹੀ PR ਨੂੰ ਰਿਵੋਕ ਕਰਨ ਦਾ ਪ੍ਰੋਸੈਸ ਸਟਾਰਟ ਕਰ ਦਿੰਦੇ ਆ। ਵਾਂਸ ਇਹ ਚੀਜ਼ ਰਿਵੋਕ ਹੋ ਗਈ, ਫਿਰ ਤੁਹਾਡੇ ਕੋਲ 30 ਡੇਜ਼ ਹੁੰਦੇ ਆ ਰੈਜ਼ੀਡੈਂਸੀ ਅਪੀਲ ਕਰਨ ਵਾਸਤੇ। ਸੋ ਉਹਦੇ ਵਿੱਚ ਤੁਹਾਨੂੰ 30 ਦਿਨਾਂ ਦੇ ਵਿੱਚ ਅਪੀਲ ਫਾਈਲ ਕਰਨੀ ਹੁੰਦੀ ਆ PR ਸਟੇਟਸ ਰੀਗੇਨ ਕਰਨ ਵਾਸਤੇ। ਇੱਥੇ ਅਸੀਂ ਵਿਊਅਰਸ ਨੂੰ ਵੀ ਕਹਿਣਾ ਚਾਹਾਂਗੇ ਕਿ ਜੇ ਕਿਸੇ ਦਾ PR ਕਾਰਡ ਐਕਸਪਾਇਰ ਹੋਣ ਵਾਲਾ ਆ, ਸੋ ਜਿਹੜਾ ਵੀ ਕੁਝ ਸੁਖਮਨ ਨੇ ਦੱਸਿਆ ਆ, ਫੋਲੋ ਦੋਜ਼, ਤੇ ਉਹ ਫੋਲੋ ਕਰਕੇ ਤੁਸੀਂ ਬਚ ਸਕਦੇ ਹੈਗੇ ਆ। ਕਿਉਂਕਿ ਹੁਣ ਜਿਹੜੇ ਰੂਲਸ ਹੈਗੇ ਨੇ ਉਹ ਡਿਫਰੈਂਟ, ਐਵਰੀ ਡੇ ਡਿਫਰੈਂਟ ਰੂਲਸ ਆ ਰਹੇ ਨੇ। ਸੋ ਡਿਫਰੈਂਟ ਫਾਈਲਸ ਲੋਕੀ ਜਿਵੇਂ ਸਟੂਡੈਂਟਸ ਦੇ ਲਈ ਵੀ ਲੱਗੀਆਂ ਹੋਈਆਂ ਨੇ, ਵਰਕ ਪਰਮਿਟ ਦੇ ਲਈ ਲੱਗੀਆਂ ਹੋਈਆਂ ਨੇ, ਫਾਈਲਸ ਬਹੁਤ ਸਾਰੀਆਂ ਨੇ। ਪ੍ਰੋਸੈਸਿੰਗ ਟਾਈਮਸ ਫਾਈਲਸ ਦਾ ਜਿਹੜਾ ਹੈਗਾ ਉਹ ਡਿਫਰੈਂਟ ਹੋਣ ਵਾਲਾ ਹੈ ਇਸ ਸਿਚੁਏਸ਼ਨ ਦੇ ਵਿੱਚ। ਹੈਰੀ ਜੋ ਪਰਸਨਲੀ ਅਰਸ਼ੀ ਪ੍ਰੋਸੈਸਿੰਗ ਟਾਈਮ ਦੱਸਾਂ, ਅਗਰ ਪਰਸਨਲੀ ਜੋ ਮੇਰਾ ਐਕਸਪੀਰੀਅੰਸ ਆ, 30 to 40% ਡਿਲੇਜ਼ ਮਹਿਸੂਸ ਕਰ ਰਹੇ ਹਾਂ ਜੀ ਫਾਈਲਾਂ ਦੇ ਵਿੱਚ, ਜੋ ਪ੍ਰੋਸੈਸਿੰਗ ਟਾਈਮ ਡਿਲੇਜ਼ ਹੋ ਰਹੀਆਂ ਨੇਗੀਆਂ। ਤੇ ਮੋਰ ਓਵਰ ਆਨਲਾਈਨ ਐਪਲੀਕੇਸ਼ਨ ਤਾਂ ਜਾ ਰਹੀਆਂ ਨੇ, ਬਟ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰ ਸੀਗੇ ਜਿਵੇਂ ਇੰਡੀਆ ਨੇ, ਪਾਕਿਸਤਾਨ ਦੇ ਵਿੱਚ, ਉਹ ਆਲਰੇਡੀ ਬੰਦ ਨੇਗੇ। ਤਾਂ ਪੇਪਰ ਐਪਲੀਕੇਸ਼ਨਸ ਤਾਂ ਨਹੀਂ ਜਾ ਰਹੀਆਂ, ਬਟ ਆਨਲਾਈਨ ਐਪਲੀਕੇਸ਼ਨ ਦੇ ਵਿੱਚ ਵੀ ਥੋੜਾ डिले हो रहा वा जी। बिल्कुल। सो मंजीश जी, आपसे एक क्वेश्चन था कि जो रिक्वायरमेंट्स होती हैं कॉलेजेस की, सो इज दैट ट्रू कि कॉलेजेस जो रिक्वायरमेंट्स है एनरोलमेंट की वो चेंज कर रही हैं, जहाँ ज्यादा कर रही हैं, बढ़ा रही हैं उन्हें? देखिए, रिक्वायरमेंट्स की जब तक बात होती है, नॉट ट्रू कि हर एक कॉलेज या हर एक यूनिवर्सिटी ने चेंज किया है। देयर आर सर्टेन रिक्वायरमेंट्स जो अनफॉर्चुनेटली कोई स्कूल डिक्लाइन नहीं कर सकता। जैसे कि आपकी IELTS की रिक्वायरमेंट होगी, इंग्लिश प्रोफिशिएंसी की रिक्वायरमेंट होगी। आप भी जानते हैं कि कोविड-19 की वजह से बहुत सारे बच्चे अपनी टेस्ट नहीं दे सकते। अब ये रिक्वायरमेंट को नज़रअंदाज भी नहीं किया जा सकता, इसीलिए हमारी जैसी यूनिवर्सिटीज़ ने कुछ ऑनलाइन टेस्टिंग सेंटर्स हैं जिनके साथ टाई अप किया हुआ है। एक टेस्ट है जिसका नाम है डुओलिंगो। बहुत ही सिंपल सा टेस्ट है, ऑनलाइन $49 में हो जाती है। The biggest thing is CIC इसे ऑनलाइन एप्लीकेशन के लिए एक्सेप्ट करती है। सो ना स्टूडेंट अपनी कंफर्ट खोता है, ना कोई रिक्वायरमेंट मिस आउट कर लेता है, और CIC की वीज़ा एलिजिबिलिटी के लिए भी एलिजिबल हो जाता है। सो दीज आर सर्टेन थिंग्स, बट येस, देयर इज़ रूमर इन द मार्केट कि रिक्वायरमेंट्स थोड़ी टफ होने वाली है, बिकॉज इट इज़ गोना बी अ बिग बूम द मोमेंट एवरीथिंग ओपन्स अप। इंटरनेशनल स्टूडेंट्स सारे पाइल अप हो जाएंगे कनाडा की तरफ, बट इट इज़ नॉट ट्रू फॉर एवरी स्कूल। जो स्कूल्स अपने आप में ऑलरेडी आइसोलेटेड थी, जो कंजर्वेटिव माइंड की थी, उन्होंने ये रिस्ट्रिक्शंस रख दी है। यूनिवर्सिटी कैनाडा वेस्ट हमेशा से एक इंटरनेशनल स्कूल की तरह देखा गया है। वी ऑलवेज वेलकम आवर इंटरनेशनल स्टूडेंट्स, एंड दैट इज़ वन ऑफ द मेन रीजंस आई फील कि एटलीस्ट UCW की तरफ से आप संतुष्ट रहें, आश्वासन लें कि नथिंग इज़ गोना चेंज, एवरीथिंग इज़ गोना रिमेन सेम। In fact, we are thinking about loosening our requirements a little bit to accommodate students who are in trouble because of COVID-19.
That's good. And one more question. If somebody applied PNP already, ਉਹਨਾਂ ਦੀ PNP ਆ ਚੁੱਕੀ ਹੈਗੀ ਹੈ, already apply ਕੀਤਾ ਹੋਇਆ ਸੀ, so in process ਦੇ ਵਿੱਚ file ਹੈਗੀ ਹੈ student ਦੀ, so decision ਦੇ ਵਿੱਚ ਫਿਰ still ਹਜੇ time ਲੱਗੇਗਾ, or ਜਿਹੜਾ ਹੈਗਾ decision ਦੇ ਲਈ ਜਿੰਨਾ time ਹੁੰਦਾ ਹੈ ਉਹਦੇ ਵਿੱਚ decision ਆ ਜਾਏਗਾ ਕਿ ਉਹਨਾਂ ਨੂੰ ਉਹ they are PR in Canada, so ਉਹਨਾਂ ਦਾ processing time ਕਿੱਦਾਂ ਦਾ ਜਿਨ੍ਹਾਂ ਦੀ PNP already approve ਹੋ ਚੁੱਕੀ ਹੈ? ਡਿਲੇਸ ਤਾਂ ਅਰਸ਼ ਜੀ ਆ ਰਹੇ ਨੇਗੇ, ਜਿਨ੍ਹਾਂ ਦੀ ਅਗਰ PNP ਵੀ ਅਪਰੂਵ ਹੋ ਰਹੀ ਆ ਉਹਨਾਂ ਨੂੰ ਵੀ ਟਾਈਮ ਲੱਗ ਰਿਹਾ ਜੀ, ਥੋੜਾ ਡਿਲੇ ਹੋ ਰਿਹਾ। ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਕਿ ਮੇਰੇ ਕੋਲ ਪਰਸਨਲੀ ਕਈ ਫਾਈਲਾਂ ਜਿਹੜੀਆਂ ਨਿਕਲੀਆਂ ਨੇਗੀਆਂ ਉਹ 3-4 ਮਹੀਨੇ ਦੇ ਵਿੱਚ ਵੀ ਐਕਸਪ੍ਰੈਸ ਐਂਟਰੀ ਦਾ ਰਿਜ਼ਲਟ ਆਏ ਹੋਇਆ ਜੀ, ਉਹ PR ਹੋਏ ਹੋਏ ਆ। ਔਰ ਇੱਕ ਟੈਕ ਪਾਇਲਟ ਦੇ ਵਿੱਚ ਵੀ ਮੈਂ ਐਕਸਪੀਰੀਅੰਸ ਕੀਤਾ, ਜਿਹੜਾ PNP ਦਾ BC PNP ਦੇ ਵਿੱਚ ਟੈਕ ਪਾਇਲਟ ਪ੍ਰੋਗਰਾਮ ਆ, PNP ਇਨਕਲੂਡਿੰਗ PNP ਤੇ PR ਦੀ ਸਿਰਫ 5-6 ਮਹੀਨਿਆਂ ਦੇ ਵਿੱਚ ਸਾਰਾ ਪ੍ਰੋਸੈਸ ਖਤਮ ਹੋ ਗਿਆ ਸੀ। ਬਟ ਹੁਣ ਜੋ ਐਕਸਪੀਰੀਅੰਸ ਕਰ ਰਹੇ ਹਾਂ ਉਹਦੇ ਵਿੱਚ ਕਾਫੀ ਡਿਲੇ ਆ ਰਿਹਾ, ਆਲਮੋਸਟ 2-3 ਮੰਥਸ ਤੁਸੀਂ ਹੋਰ ਐਡ ਕਰਕੇ ਚੱਲੋ। ਸੋ ਸਾਰੇ ਪ੍ਰੋਸੈਸ ਹੋਰ ਐਡ ਮੈਂ ਕਰਦਾ ਕਿ ਜਿਵੇਂ ਸੁਖਮਨ ਨੇ ਪਾਰਟ ਕਵਰ ਕੀਤਾ ਸੀਗਾ ਕਿ ਤੁਸੀਂ, ਮੈਨੂੰ ਯਾਦ ਆ ਗਿਆ ਕਿ ਤੁਸੀਂ ਫਲੈਗ ਪੋਲਿੰਗ ਬੰਦ ਆ ਜੀ, ਬਾਰਡਰ ਤੇ ਨਾ ਜਾਇਓ। ਜੋ ਜਿਨ੍ਹਾਂ ਨੇ ਵਰਕ ਪਰਮਿਟ ਨੇ ਫਲੈਗ ਪੋਲਿੰਗ ਵਾਸਤੇ ਬਾਰਡਰ ਜਮਾ ਹੀ ਕਲੋਜ਼ ਨੇਗੇ, ਸਿਰਫ ਐਸੈਂਸ਼ੀਅਲ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਟਰੈਵਲ ਕਰਨਾ ਉਹੀ ਬਾਰਡਰ ਤੇ ਜਾਣਾ, ਅਦਰਵਾਈਜ਼ ਬਾਰਡਰ ਤੇ ਨਾ ਜਾਇਓ ਪਲੀਜ਼। ਬਿਲਕੁਲ। ਐਂਡ ਵਨ ਹੋਰ ਕੁਐਸਚਨ ਇੱਥੇ ਤੋਂ ਤੁਹਾਡੇ ਤਿੰਨਾਂ ਚੋਂ ਕੋਈ ਵੀ ਇਹਦਾ ਆਨਸਰ ਕਰ ਸਕਦਾ ਹੈਗਾ ਆ। ਸੋ ਜਿਹੜੇ ਇੱਥੇ ਰਹਿ ਰਹੇ ਨੇ ਐਜ਼ ਅ ਵਿਜ਼ਿਟਰ ਤੇ ਉਹਨਾਂ ਦੇ 6 ਮਹੀਨੇ ਪੂਰੇ ਹੋ ਚੁੱਕੇ ਨੇ, ਉਹਨਾਂ ਨੇ ਕਿਸੇ ਨੇ ਮਾਰਚ ਦੇ ਵਿੱਚ ਵਾਪਸ ਜਾਣਾ ਸੀ, ਕਿਸੇ ਨੇ ਅਪ੍ਰੈਲ 'ਚ ਵਾਪਸ ਜਾਣਾ ਸੀ, ਡਿਊ ਟੂ ਲਾਕਡਾਊਨ ਦੇ ਆਰ ਸਟਿਲ ਇਨ ਕੈਨੇਡਾ। ਸੋ ਉਹਨਾਂ ਦੀ ਐਕਸਟੈਂਸ਼ਨ ਦੀ ਐਪਲੀਕੇਸ਼ਨ ਹੈਗੀ ਆ ਉਹ ਦਿੱਤੀ ਹੋਈ ਆ, ਜਾਂ ਜਿਨ੍ਹਾਂ ਨੇ ਨਹੀਂ ਦਿੱਤੀ ਹੋਈ ਸੋ ਉਹਨਾਂ ਦੇ ਉੱਤੇ ਕੁਝ ਜਿਹੜੇ ਕਹਿ ਰਹੇ ਆ ਕਿ ਅਸੀਂ ਹਜੇ ਐਪਲੀਕੇਸ਼ਨ ਨਹੀਂ ਦੇ ਰਹੇ ਜਾਂ ਅਸੀਂ ਅਪਲਾਈ ਨਹੀਂ ਕਰ ਰਹੇ, ਆਨਲਾਈਨ ਅਪਲਾਈ ਨਹੀਂ ਕਰ ਰਹੇ, ਐਂਡ ਦੇ ਡੋਨਟ ਨੋ, ਕਈਆਂ ਨੂੰ ਪਤਾ ਨਹੀਂ ਕਿ ਅਸੀਂ ਕਿਵੇਂ ਅਪਲਾਈ ਕਰਨਾ ਆ, ਸੋ ਸਟਿਲ ਨਹੀਂ ਕੀਤਾ, ਸੋ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਊਗਾ? ਹਾਂਜੀ, ਇਹਦੇ ਵਿੱਚ ਇਹ ਹੈ ਕਿ ਬਹੁਤ ਜ਼ਰੂਰੀ ਚੀਜ਼ ਨੋਟਿਸ ਕਰਨ ਵਾਲੀ ਹੈ, ਇਮੀਗ੍ਰੇਸ਼ਨ ਕਾਫੀ ਲੀਨੀਅਟ ਹੈ ਇਸ ਟਾਈਮ ਤੇ, ਬਟ ਉਹਨਾਂ ਨੇ ਇਹ ਜ਼ਰੂਰ ਹਦਾਇਤਾਂ ਦਿੱਤੀਆਂ ਨੇ ਕਿ ਆਪਣਾ ਸਟੇਟਸ ਨਹੀਂ ਕੰਪਰੋਮਾਈਜ਼ ਕਰਨਾ ਕਿਸੇ ਵੀ ਸਿਨੈਰੀਓ ਦੇ ਵਿੱਚ। ਜੋ ਵੀ ਪੋਸੀਬਿਲਿਟੀ ਹੈਗੀ ਆ ਕਿ ਆਪਣਾ ਸਟੇਟਸ ਮੇਨਟੇਨ ਕਰੋ। ਤੁਹਾਡਾ 6 ਮਹੀਨੇ ਟਾਈਮ ਪੂਰਾ ਹੋ ਰਿਹਾ ਆ, ਉਸ ਤੋਂ ਪਹਿਲਾਂ ਆਪਣੀ ਐਕਸਟੈਂਸ਼ਨ ਐਪਲੀਕੇਸ਼ਨ ਕਰ ਦਿਓ। ਯੂ ਕੈਨ ਡੂ ਇਟ ਆਨਲਾਈਨ, ਇਟਸ ਨਾਰਮਲ ਚੀਜ਼ ਆ ਤੁਹਾਨੂੰ, ਬਟ ਇਹਦੇ 'ਚ ਕੰਪਰੋਮਾਈਜ਼ੇਸ਼ਨ ਕੋਈ ਨਹੀਂ ਕਿ ਅਸੀਂ ਇਸ ਕਰਕੇ ਨਹੀਂ ਕਰ ਸਕੇ। ਸੋ ਉਹ ਇੱਕ ਕਹਿ ਲਓ ਕਿ ਤੁਹਾਡੀ ਵਾਇਲੇਸ਼ਨ ਹੋ ਜਾਏਗੀ, ਉਹਦੇ ਲਈ ਐਕਸ਼ਨ ਲੇਟਰ ਔਨ ਹੋ ਸਕਦਾ, ਫਿਊਚਰ ਅਰਾਈਵਲਸ ਤੇ ਇਫੈਕਟ ਹੋ ਸਕਦਾ ਕਿ ਤੁਸੀਂ ਉਹਦੀ ਰਿਕੁਆਇਰਮੈਂਟ ਨਹੀਂ ਮੀਟ ਕੀਤੀ। ਇਫ ਯੂ ਹੈਵ ਐਕਸਟੈਂਸ਼ਨ ਇਨ ਪਲੇਸ, ਤੁਸੀਂ ਆਲਰੇਡੀ ਐਕਸਟੈਂਸ਼ਨ ਕਰਤੀ ਆਪਣੀ ਵਿਜ਼ਟਰ ਵੀਜ਼ੇ ਦੀ, ਤੁਸੀਂ ਉਹਨਾਂ ਚਿਰ ਦੇ ਵਿੱਚ ਕੈਨੇਡਾ ਰਹਿ ਸਕਦੇ ਜਿੰਨਾ ਚਿਰ ਉਸ ਐਕਸਟੈਂਸ਼ਨ ਤੇ ਕੋਈ ਡਿਸੀਜਨ ਨਹੀਂ ਆਉਂਦਾ। ਬਿਲਕੁਲ ਸੁਖਮਨ, ਜਿੱਦਾਂ ਸਟੂਡੈਂਟ ਲੋਨਸ ਦੀ ਕੀ ਕੰਡੀਸ਼ਨ ਹੈਗੀ, ਕਿਉਂਕਿ ਸਟੂਡੈਂਟ ਲੋਨਸ ਜੇ ਸਿਨ ਨੰਬਰ ਐਕਸਪਾਇਰ ਆ ਜਾਂ ਕੋਈ ਵੀ ਪ੍ਰੋਬਲਮਸ ਫੇਸ ਕਰ ਰਹੇ ਹੈਗੇ ਆ, ਸੋ ਕੀ ਕਰੰਟ ਸਿਚੁਏਸ਼ਨ ਅਬਾਊਟ ਸਟੂਡੈਂਟ ਲੋਨਸ? ਸਟੂਡੈਂਟ ਲੋਨਸ ਦੀ ਕਾਫੀ ਹੈਲਪਫੁਲ ਰਹਿ ਰਹੀ ਹੈ ਗਵਰਨਮੈਂਟ ਇਸ ਪਾਰਟ ਦੇ ਵਿੱਚ ਕਿ ਗਵਰਨਮੈਂਟ ਨੇ ਟਿਲ ਸੈਪਟੈਂਬਰ 30th 2020 ਇਸ ਸਾਲ ਦੀ 30 ਸਤੰਬਰ 2020 ਤੱਕ ਉਹਨਾਂ ਨੇ ਸਾਰੀਆਂ ਹੀ ਪੇਮੈਂਟਸ ਜਿਹੜੀਆਂ ਆਪਾਂ ਕਰਦੇ ਆ, ਸਟੂਡੈਂਟਸ ਜਿੱਦਾਂ ਲੋਨ ਲਿਆ ਤਾਂ ਉਹਨਾਂ ਦੀਆਂ ਪੇਮੈਂਟਸ ਜਾਣੀਆਂ ਸੀਗੀਆਂ, ਉਹਨਾਂ ਨੇ ਸਾਰੀਆਂ ਸਸਪੈਂਡ ਕਰ ਦਿੱਤੀਆਂ ਨੇ, ਕੀਪਿੰਗ COVID-19 ਸਿਚੁਏਸ਼ਨ ਇਨ ਮਾਈਂਡ। ਸਟੂਡੈਂਟਸ ਨੂੰ ਕੋਈ ਇੰਟਰਸਟ ਨਹੀਂ ਪੇ ਕਰਨਾ ਪਏਗਾ ਇਸ ਟਾਈਮ ਦੇ ਵਿੱਚ। ਜੇ ਤੁਹਾਡੀਆਂ ਆਟੋਮੈਟਿਕਲੀ ਤੁਹਾਡੀ ਕਹਿ ਲਓ ਕਿ ਪ੍ਰੀ ਆਥੋਰਾਈਜ਼ਡ ਡੈਬਿਟ ਪੇਮੈਂਟਸ ਜਾਂਦੀਆਂ ਸੀਗੀਆਂ, ਉਹ ਵੀ ਗਵਰਨਮੈਂਟ ਨੇ ਸਸਪੈਂਡ ਕਰ ਦਿੱਤੀਆਂ ਨੇ ਕਿ ਤੁਹਾਨੂੰ ਕੋਈ ਲੋੜ ਨਹੀਂ ਇਸ ਟਾਈਮ ਤੇ ਪੇ ਕਰਨ ਦੀ, ਸਟੇ ਸੇਫ। ਤੁਹਾਨੂੰ ਇਸ ਵੇਲੇ ਪਤਾ ਹੈ ਕਿ ਫਾਈਨੈਂਸ਼ੀਅਲ ਕਰੰਚ ਚੱਲ ਰਿਹਾ, ਕਾਫੀ ਲੋਕੀ ਜੌਬਸ ਲੋਸ ਕਰ ਰਹੇ ਨੇ, ਸੋ ਉਸ ਕਰਕੇ ਸਟੂਡੈਂਟਸ ਨੂੰ ਕਾਫੀ ਵੱਡਾ ਰਿਆਇਤ ਦਿੱਤੀ ਹੈ ਉਹਨਾਂ ਨੇ ਕਿ ਕੋਈ ਪੇਮੈਂਟਸ ਕਰਨ ਦੀ ਲੋੜ ਨਹੀਂ। ਇਹ ਬਸ ਵੈਲਿਡ ਆ ਸੈਪਟੈਂਬਰ 30 ਤੱਕ, ਉਸ ਤੋਂ ਬਾਅਦ ਰੈਗੂਲਰ ਪੇਮੈਂਟਸ ਸਟਾਰਟ ਹੋ ਜਾਣਗੀਆਂ। ਗਵਰਨਮੈਂਟ ਹੈਲਪ ਕਰ ਰਹੀ ਹੈਗੀ ਹੈ ਤਾਂ ਕਿ ਅਸੀਂ ਸਾਰੇ ਸਰਵਾਈਵ ਕਰ ਸਕੀਏ। ਸੋ CERB ਜਿਹੜਾ ਉਹਨਾਂ ਨੇ ਦੇ ਰਹੇ ਹੈਗੇ ਆ ਸਾਰਿਆਂ ਨੂੰ, ਸੋ ਜਿਹੜੇ ਸਟੂਡੈਂਟ ਹੈਗੇ ਆ ਜਾਂ ਜਿਹੜੇ ਵਰਕ ਪਰਮਿਟ ਤੇ ਹੈਗੇ ਆ ਉਹ ਵੀ CERB ਅਪਲਾਈ ਕਰ ਸਕਦੇ ਆ। ਸੋ ਕੀ ਕੰਡੀਸ਼ਨ ਹੈਗੀ ਆ CERB ਦੀ ਹੈਗੀ? CERB ਜਿਹੜੀ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਹੈ ਜੀ, ਇਹਦੀ ਕੁਝ ਐਲੀਜੀਬਿਲਿਟੀਜ਼ ਨੇਗੀਆਂ ਕਿ ਤੁਸੀਂ ਜਿਹੜਾ ਕੰਮ ਆ ਤੁਸੀਂ ਆਪ ਨਹੀਂ ਛੱਡਿਆ ਹੋਣਾ ਚਾਹੀਦਾ। ਜਦੋਂ ਤੁਹਾਡੇ EMPLOYER ਨੇ ਤੁਹਾਨੂੰ ਲੇ ਆਫ ਕੀਤਾ ਹੋਵੇ ਡਿਊ ਟੂ ਸ਼ਾਰਟੇਜ ਆਫ ਵਰਕ ਤੇ ਤੁਸੀਂ ਤਾਂ ਐਪਲੀਕੇਬਲ ਹੁੰਦੇ ਹੋ, ਤੇ ਤੁਸੀਂ $5,000 ਤੁਹਾਡੀ ਇਨਕਮ ਹੋਣੀ ਚਾਹੀਦੀ ਹੈ ਲਾਸਟ 12 ਮੰਥਸ ਦੇ ਵਿੱਚ ਜਾਂ 2019 ਦੇ ਵਿੱਚ, ਤਾਂ ਤੁਸੀਂ ਉਹ ਵੀ ਤੁਸੀਂ ਐਲੀਜੀਬਿਲਿਟੀ ਇੱਕ ਮੀਟ ਕਰਦੇ ਹੋਣੇ ਚਾਹੀਦੇ ਹੋ। ਤੇ ਪਹਿਲਾਂ ਇੱਕ ਸੀਗਾ ਕਿ ਤੁਸੀਂ ਵਿਦ ਇਨ ਕੈਨੇਡਾ ਹੋਣੇ ਚਾਹੀਦੇ ਹੋ, ਬਟ ਉਹਦੇ ਵਿੱਚ ਉਹ ਤੋਂ ਬਾਅਦ ਇਹ ਡਾਊਟ ਕਲੀਅਰ ਹੋਇਆ ਕਿ ਅਗਰ ਤੁਸੀਂ ਆਊਟਸਾਈਡ ਕੈਨੇਡਾ ਵੀ ਹੋ ਸਟਿਲ ਤੁਸੀਂ ਐਲੀਜੀਬਲ ਹੁੰਦੇ ਹੋ, ਤੁਸੀਂ ਇਹਦੇ ਲਈ ਐਪਲੀਕੇਬਲ ਤੁਸੀਂ ਅਪਲਾਈ ਕਰ ਸਕਦੇ ਹੋ। ਇਹ ਕੁਝ ਐਲੀਜੀਬਿਲਿਟੀ ਕ੍ਰਾਈਟੇਰੀਆ ਜਿਹੜਾ ਕਿ ਮੈਚ ਕਰਨਾ ਤੁਹਾਨੂੰ ਤਾਂ ਹੀ ਤੁਸੀਂ ਐਲੀਜੀਬਲ ਹੋਗੇ ਜੇ ਤੁਸੀਂ ਇਹਨੂੰ ਮੈਚ ਕਰੋਗੇ। ਤੇ ਇੱਕ ਨਵਾਂ ਅਪਡੇਟ ਹੁਣ ਹੋ ਰਿਹਾ ਹੈ ਕਿ ਡਿਊਰਿੰਗ ਦਿਸ ਪੈਂਡੈਮਿਕ ਅਗਰ ਤੁਸੀਂ
$1000 ਤੁਸੀਂ ਕਮਾ ਰਹੇ ਹੋ, ਤੁਹਾਡੀ ਅਰਨਿੰਗ ਇਸ ਸਮੇਂ ਘਟ ਕੇ $1000 ਤੱਕ ਦਾ ਉਹ ਤੋਂ ਘੱਟ ਹੈਗੀ ਆ, ਸਟਿਲ ਤੁਸੀਂ ਐਲੀਜੀਬਲ ਹੁੰਦੇ ਹੋ ਜੀ ਇਸ CERB ਦੇ ਲਈ। ਬਿਲਕੁਲ। ਸੋ ਬਹੁਤ ਵਧੀਆ ਤੁਸੀਂ ਸਾਰੇ ਕੁਐਸਚਨ ਦਾ ਆਨਸਰ ਦਿੱਤਾ। ਐਟ द एंड ਮਨਜੀਤ जी व्हाट यू वांट टू ऐड कि रूल्स के बारे में और क्या आगे के बारे में इमिग्रेशन रूल्स या कुछ भी किसी भी तरह की जो इंक्वायरी है उसके बारे में आप क्या ऐड करना चाहेंगे? अर्शप्रीत जी, थैंक यू सो मच फॉर गिविंग मी द फाइनल कॉल। ये मैं ये ज़रूर चाहूँगा कि हर एक स्टूडेंट, हर एक व्यक्ति जो ये शो देख रहा है, ये समझ लें कि the governments of their own respective countries, including Canada, is here to help you. आप अपने रूल्स फॉलो करें, रेगुलेशंस फॉलो करें, चाहे वो एजुकेशन हो, चाहे वो इमिग्रेशन हो, विजिटर्स हो, वर्क परमिट्स हो। अगर आप रूल्स फॉलो करें, जैसे हैरी साहब ने बताया और सुखमन साहब ने बताया, then you are safe. That is the whole point. Now, when it comes to future changes, हम आज ही सुबह एक बहुत बड़ी इंस्टीट्यूशन है जिसका नाम है IDP, आप शायद उन्हें IELTS के को फाउंडर के हिसाब से जानते होंगे, जो ऑस्ट्रेलियन बेस्ड कंपनी है। उन्होंने आज ही एक बहुत अच्छा सा वेबिनार क्रिएट किया था, एक इवेंट थी जिसमें उन्होंने बताया कि दिस इज़ नॉट एक्सपेक्टेड टू लास्ट मोर देन मई की आखिर तक ये बैक टू नॉर्मल होनी चालू हो जाएगी, जिसके अनुसार सिर्फ 30 days की स्ट्रगल है। Please make sure that you stay safe, follow the rules and regulations placed, take help where needed. Institutions की चिंता ना करें, अपनी एजुकेशंस की चिंता ना करें। सारी कॉलेजेस, सारी यूनिवर्सिटीज़ कनाडा के अंदर एटलीस्ट ये अश्योर करने के पीछे लगी हुई है कि आप एज अ स्टूडेंट, आप एज एन इंडिविजुअल कोई भी तरीके की प्रेशर हमारे वजह से नहीं महसूस कर पाएंगे। Now I will leave it to Harry and Sukhman to end it off. Thank you so much. Thank you so much. And Sukhman, what do you want to say at the end? हाँ जी जी, मैं ਤੁਹਾਨੂੰ ਸਾਰਿਆਂ ਨੂੰ ਹੀ ਆਪਣੇ ਵਿਊਅਰਸ ਨੂੰ ਐਡਵਾਈਸ ਕਰਨਾ ਚਾਹੁੰਦਾ ਹੈ ਕਿ ਇੱਕ ਤੇ ਜਿਹੜੀਆਂ ਗਵਰਨਮੈਂਟਸ ਦੀਆਂ ਰੈਗੂਲੇਸ਼ਨ ਜਾਂ ਜੋ ਵੀ ਐਡਵਾਈਜ਼ਰੀ ਹੈਗੀ ਆ ਉਹਨੂੰ ਜ਼ਰੂਰ ਫੋਲੋ ਕਰੋ। ਸੋਸ਼ਲ ਡਿਸਟੈਂਸਿੰਗ ਇਜ਼ ਮਸਟ ਤੇ ਸੇਮ ਟਾਈਮ ਤੇ ਆਪਣੀ ਜਿਹੜੀ ਹੈਲਥ ਹੈ ਉਹਦਾ ਧਿਆਨ ਰੱਖ ਕੇ। ਬੇਸਿਕਲੀ ਲੋਕ ਸਾਰੇ ਇਸ ਵੇਲੇ ਘਰਾਂ ਦੇ ਵਿੱਚ ਹੈ ਤੇ ਕਾਫੀ ਟਾਇਰਡ ਆ ਕਿ ਅਸੀਂ ਬਾਹਰ ਨਹੀਂ ਜਾ ਸਕਦੇ, ਸਮਰ ਆ ਰਹੀ ਹੈ ਅੱਗੇ ਤੇ ਬਹੁਤ ਔਖਾ ਹੈ ਘਰੇ ਰਹਿਣਾ। ਸੋ ਪਲੀਜ਼ ਇੰਡਲਜ ਯੂਰਸੈਲਫ ਇਨ ਦ ਸੇਫ ਐਕਟੀਵਿਟੀਜ਼। ਆਪਣੀ ਮੈਂਟਲ ਹੈਲਥ ਦਾ ਬਹੁਤ ਧਿਆਨ ਰੱਖੋ। ਉਹ ਇਸ ਵੇਲੇ ਹਰ ਇੱਕ ਲਈ ਹਾਵੀ ਹੋ ਰਿਹਾ ਹੈ ਕਿ ਮੈਂ ਬਹੁਤ ਅਪਸੈਟ ਹਾਂ, ਮੈਂ ਬੋਰ ਹੋ ਰਿਹਾ, ਮੈਂ ਜਾਣਾ ਚਾਹੁੰਦਾ। ਸੋ ਆਪਣੀ ਫੈਮਲੀਜ਼ ਦੇ ਨਾਲ ਟਾਈਮ ਸਪੈਂਡ ਕਰੋ, ਘਰੇ ਰਹਿ ਕੇ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋ ਤੇ ਜੋ ਵੀ ਰੈਗੂਲੇਸ਼ਨਸ ਦੇ ਰਹੀ ਹੈ ਗਵਰਨਮੈਂਟ ਐਡਵਾਈਜ਼ਰੀ ਉਹਨੂੰ ਫੋਲੋ ਕੀਤਾ ਜਾਵੇ। ਸੋ ਇਹ 'ਚ ਸਾਰਿਆਂ ਦੀ ਹੀ ਭਲਾਈ ਆ। ਥੈਂਕ ਯੂ ਜੀ। Thank you so much. And Harry, what do you want to say? ਆਲਮੋਸਟ ਜੀ ਸੁਖਮਨ ਤੇ ਮੋਹਾਨਿਸ਼ ਜੀ ਨੇ ਆਲਰੇਡੀ ਕਵਰ ਕਰ ਹੀ ਲਿਆ ਵਾ। ਸੋਸ਼ਲ ਡਿਸਟੈਂਸਿੰਗ ਇਜ਼ ਮਸਟ ਤੇ ਆਪਣਾ ਸਟੇਟਸ ਜ਼ਰੂਰ ਮੇਨਟੇਨ ਰੱਖੋ ਜੀ। ਆਪਣੇ ਸਟੇਟਸ ਨੂੰ ਗਵਾਓ ਨਾ। ਫਾਈਲ ਟਾਈਮ ਰਹਿਣ ਤੋਂ ਪਹਿਲਾਂ ਆਪਣੀ ਐਕਸਟੈਂਸ਼ਨ ਅਪਲਾਈ ਕਰੋ। ਤੇ ਜਾਂਦੇ ਜਾਂਦੇ ਮੈਂ ਇੱਕ ਹੋਰ ਇਨਫੋਰਮੇਸ਼ਨ ਮੈਂ ਸ਼ੇਅਰ ਕਰਦਾ ਕਿ 30th of April ਤੋਂ ਜਿਹੜੀਆਂ ਐਮਬੈਸੀ ਫੀਸਿਸ ਨੇ ਉਹਦੇ ਵਿੱਚ ਚੇਂਜਿਸ ਹੋ ਰਹੇ ਨੇ ਤੇ ਕੁਝ ਫੀਸਿਸ ਨੇ ਜਿਹੜੀਆਂ 50% ਇਨਕਰੀਜ਼ ਹੋ ਰਹੀਆਂ ਨੇ। ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, CIC ਦੇ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ। ਤਾਂ ਉਹ ਇੱਕ ਇਨਫੋਰਮੇਸ਼ਨ ਜਿਹੜੀ ਮੈਂ ਜਾਂਦੇ ਸ਼ੇਅਰ ਕਰਨਾ ਚਾਹੁੰਦਾ। ਤੇ ਪਲੀਜ਼ ਤੁਸੀਂ ਘਰੇ ਰਹੋ, ਸਟੇ ਹੋਮ, ਸਟੇ ਹੈਲਦੀ। ਇਹੀ ਵਿਸ਼ੇ ਹੈ ਸਾਡੇ। Thank you so much once again. Thank you so much. Stay home, stay safe. Thank you for having us. Thank you. ਬਿਲਕੁਲ। ਤੇ ਜਿਵੇਂ ਅਸੀਂ ਗੱਲਬਾਤ ਕੀਤੀ ਹੈ ਕਿ ਇਮੀਗ੍ਰੇਸ਼ਨ ਦੇ ਰੂਲਸ ਚੇਂਜ ਵੀ ਹੋ ਰਹੇ ਨੇ, ਪ੍ਰੋਸੈਸਿੰਗ ਟਾਈਮ ਦੇ ਵਿੱਚ ਡਿਲੇ ਵੀ ਆ ਰਹੀ ਹੈਗੀ ਹੈ ਤੇ ਤੁਸੀਂ ਜੋ ਵੀ ਤੁਹਾਡਾ ਸਟੇਟਸ ਹੈਗਾ ਉਹ ਮੇਨਟੇਨ ਕਰਕੇ ਰੱਖੋ ਆਪਣਾ। ਤੇ ਜੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਗਵਰਨਮੈਂਟ ਸਾਈਟ ਤੇ ਤੁਸੀਂ ਜਾ ਕੇ ਜਾਂ ਤੁਸੀਂ ਆਪਣੇ ਕੰਸਲਟੈਂਟ ਦੇ ਨਾਲ ਕੰਸਲਟ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੈਗੇ ਆ। ਟਿਲ ਦੈਨ ਜਿੱਥੇ ਵੀ ਹੈਗੀਆਂ ਦੁਨੀਆ ਦੇ ਜਿਹੜੇ ਵੀ ਕੋਨੇ ਦੇ ਵਿੱਚ ਹੈਗੇ ਆ ਉੱਥੇ ਸੇਫ ਰਹੋ, ਸੁਰੱਖਿਅਤ ਰਹੋ ਤੇ ਆਪਣੀ ਕਮਿਊਨਿਟੀ ਨੂੰ ਸੁਰੱਖਿਅਤ ਰੱਖੋ। ਕੀਪ ਵਾਸ਼ਿੰਗ ਯੂਰ ਹੈਂਡਸ, ਫਿਜ਼ੀਕਲ ਡਿਸਟੈਂਸ ਬਣਾ ਕੇ ਰੱਖੋ ਤੇ ਇਦਾਂ ਹੀ ਦੇਖਦੇ ਰਹੋ FYI ਮੀਡੀਆ। ਥੈਂਕ ਯੂ ਸੋ ਮਚ।